ਬਾਈਬਲ ਦੇ ਵਿੱਚ ਲਿਖਿਆ ਹੈ, ਪੜ੍ਹ ਲਵਾਂਗੇ ਇੱਕ ਆਇਤ ਪਹਿਲਾਂ ਆਪਾਂ। ਵਿਵਸਥਾ ਸਾਰ ਉਹਦਾ 4 ਅਧਿਆਏ ਉਹਦੀ 40 ਆਇਤ। ਲਿਖਿਆ, ਤੁਸੀਂ ਉਸ ਦੀਆਂ ਵਿਧੀਆਂ ਦੀ ਅਤੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਜੋ ਤੁਹਾਡਾ ਤੇ ਤੁਹਾਡੇ ਪਿੱਛੋਂ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਤੇ ਤੁਸੀਂ ਉਸ ਜ਼ਮੀਨ ਉੱਤੇ ਆਪਣੇ ਦਿਨ ਲੰਮੇ ਕਰੋ ਜਿਹੜੀ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਸਦਾ ਲਈ ਦਿੰਦਾ ਹੈ। ਬੋਲੋ ਸਾਰੇ ਹਾਲੇਲੂਇਆ। ਤੋ ਦੇਖੋ, ਸਾਰਿਆਂ ਦੀ ਇਹੋ ਰੀਝ ਆ ਵੀ ਅਸੀਂ ਵੀ ਸੌਖੇ ਰਹੀਏ ਤੇ ਗਾੜੀ ਸਾਡੇ ਬੱਚੇ ਵੀ ਸੌਖੇ ਰਹਿਣ। ਇਹ ਤੋਂ ਵੱਡੀ ਹੋਰ ਕੀ ਆਸ਼ੀਸ਼ ਹੋ ਸਕਦੀ ਹੈ? ਸਾਰੀਆਂ ਆਸ਼ੀਸ਼ਾਂ ਅਸੀਂ ਕਹਿ ਸਕਦੇ ਵੀ ਇਸ ਆਇਤ ਦੇ ਵਿੱਚ ਸਮੇਟੀਆਂ ਹੋਈਆਂ ਨੇ ਕਿ ਪਰਮੇਸ਼ਰ ਕਹਿੰਦਾ ਤੁਹਾਡਾ ਵੀ ਭਲਾ ਹੋਏਗਾ, ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਵੀ ਭਲਾ ਹੋਏਗਾ। ਮੈਂ ਜਦੋਂ ਛੋਟਾ ਹੁੰਦਾ ਸੀ ਤੋ ਇੱਦਾਂ ਡੈਡੀ ਨਾਲ ਬੰਦਗੀਆਂ 'ਤੇ ਜਾਣਾ, ਅਤੇ ਸਾਨੂੰ ਮਤਲਬ ਕਈ ਸਾਡੇ ਭੈਣ ਭਰਾ ਕਲੀਸਿਆ ਦੇ ਕਹਿੰਦੇ ਹੁੰਦੇ ਵੀ ਪਾਸਟਰਾਂ ਦੇ ਨਿਆਣੇ ਗਾਂ ਪਾਸਟਰ ਨਹੀਂ ਬਣਦੇ। ਤੋ ਮੈਂ ਉਹਨਾਂ ਨੂੰ ਕਹਿਣਾ ਵੀ ਇੱਕ ਪਾਸਟਰ, ਅਜੇ ਮੈਂ ਛੋਟਾ ਸੀ ਪਰ ਫਿਰ ਵੀ ਮੈਨੂੰ ਇੰਨੀ ਇੱਕ ਸਮਝ ਆ ਗਈ ਸੀ। ਮੈਂ ਕਿਹਾ ਵੀ ਪਾਸਟਰ ਕੋਈ ਇਨਸਾਨ ਨਹੀਂ ਬਣਾ ਸਕਦਾ, ਇਹ ਤਾਂ ਪਰਮੇਸ਼ਰ ਦੇ ਉੱਪਰੋਂ ਚੋਣ ਹੁੰਦੀ ਹੈ ਸਵਰਗ ਤੋਂ। ਬੋਲੋ ਹਾਲੇਲੂਇਆ। ਪਾਸਟਰ ਲਖਵਿੰਦਰ ਹੁਣੀ ਵੀ ਸਾਡੇ ਡੈਡੀ ਉਹਨਾਂ ਦੇ ਨਾਲ ਰਹੇ, ਆਪਾਂ ਤਾਂ ਛੋਟੇ ਛੋਟੇ ਹੁੰਦੇ ਸੀ। ਤੋ ਇਹ ਪਾਸਟਰ ਲਖਵਿੰਦਰ ਦਾ ਇੱਕ ਦੋਸਤ ਮਿਸਤਰੀ ਸ਼ੱਬਾ ਹੁਣ ਤੇ ਚਲਾ ਗਿਆ ਸੰਸਾਰ ਤੋਂ। ਤੋ ਮੈਨੂੰ ਯਾਦ ਆ ਵੀ ਇੱਕ ਵਾਰੀ ਪਾਸਟਰ ਲਖਵਿੰਦਰ ਹੁਣੀ ਟ੍ਰੇਨਿੰਗ 'ਤੇ ਚੱਲੇ ਤੇ ਸ਼ੱਬਾ ਮਿਸਤਰੀ ਰੋਈ ਜਾਵੇ, ਕਹਿੰਦਾ ਮੈਂ ਵੀ ਨਾਲੇ ਹੀ ਜਾਣਾ। ਇਹਨਾਂ ਦਾ ਪਿਆਰ ਬੜਾ ਹੁੰਦਾ ਸੀ ਆਪਸ ਵਿੱਚ। ਤੋ ਜ਼ੋਰ ਉਹਨੇ ਵੀ ਬੜਾ ਲਾਇਆ ਕਿ ਮੈਂ ਵੀ ਰੱਬ ਦੀ ਸੇਵਾ ਕਰਾਂ, ਪਰ ਉਹ ਕਰ ਨਹੀਂ ਸਕਿਆ ਕਿਉਂਕਿ ਪ੍ਰਭੂ ਦੀ ਜਿਹੜੀ ਸੇਵਾ ਕਰਨੀ ਹੈ ਪ੍ਰਭੂ ਦੀ ਚੋਣ ਹੁੰਦੀ ਹੈ। ਬੋਲੋ ਹਾਲੇਲੂਇਆ। ਕਈ ਚਾਹੁੰਦੇ ਆ ਵੀ ਆਪਾਂ ਵੀ ਪਰਮੇਸ਼ਰ ਦਾ ਕੰਮ ਕਰੀਏ। ਪਰਮੇਸ਼ਰ ਦਾ ਕੰਮ ਨਾ ਤੇ ਆਪਣੇ ਬਲ ਦੇ ਨਾਲ ਹੁੰਦਾ, ਨਾ ਆਪਣੀ ਤਾਕਤ ਦੇ ਨਾਲ ਹੁੰਦਾ, ਨਾ ਆਪਣੀ ਅਕਲ ਦੇ ਨਾਲ ਹੁੰਦਾ। ਇਹ ਪਰਮੇਸ਼ਰ ਦਾ ਕੰਮ ਜਿਹੜਾ ਪਵਿੱਤਰ ਆਤਮਾ ਦੇ ਦੁਆਰਾ ਹੁੰਦਾ ਹੈ। ਬੋਲੋ ਹਾਲੇਲੂਇਆ। ਤੋਂ ਅਸੀਂ ਸਾਰੇ ਹੀ ਜਿੰਨਿਆਂ ਨੇ ਵੀ ਅਸੀਂ ਤੌਬਾ ਕਰਕੇ ਬਪਤਿਸਮਾ ਲਿਆ ਵਾ, ਅਸੀਂ ਸਾਰੇ ਖੁਦਾ ਦੇ ਸੇਵਕ ਵਾਂ। ਬੋਲੋ ਹਾਲੇਲੂਇਆ। ਇੱਕ ਪਾਸਟਰ ਬਣ ਜਾਣਾ ਜਾਂ ਲੀਡਰ ਬਣ ਜਾਣਾ ਉਹ ਥੋੜ੍ਹਾ ਜਿਹਾ ਇਹ ਹੋ ਜਾਂਦਾ ਵਾ ਕਿ ਉਹਨੇ ਸਾਰੀ ਕਲੀਸਿਆ ਨੂੰ ਲੈ ਕੇ ਚਲਾਉਣਾ ਹੁੰਦਾ। ਬਾਕੀ ਅਸੀਂ ਸਾਰੇ ਸੇਵਾਦਾਰ ਵਾਂ ਖੁਦਾ ਦੇ। ਸਾਨੂੰ ਅਲੱਗ-ਅਲੱਗ ਸੇਵਕਾਈ ਮਿਲੀ ਆ, ਠੀਕ ਆ। ਇਹ ਸਾਡੇ ਭਾਈ ਰੋਹਾਨ ਟੀਵੀ ਵਾਲੇ ਮੇਰੇ ਨਾਲ ਰਹਿੰਦੇ ਜ਼ਿਆਦਾਤਰ ਹੁਣ। ਤੋ ਗੀਤ ਕਈ ਵਾਰੀ ਅੰਦਰ ਮੈਂ ਕਹੂੰਗਾ ਗੀਤ ਗਾਓ, ਇਹ ਨਹੀਂ ਜੀ ਅਸੀਂ ਨਹੀਂ ਗਾਉਣਾ। ਪਰ ਦੇਖੋ ਇਹਨਾਂ ਦੇ ਦੁਆਰਾ ਬਹੁਤ ਸਾਰੇ ਲੋਕ, ਇਹਨਾਂ ਦੀਆਂ ਵੀਡੀਓ ਦੇ ਦੁਆਰਾ ਅਲੱਗ-ਅਲੱਗ ਪਾਸਟਰਾਂ ਦੇ ਕਲਾਮ ਇਹ ਪਾਉਂਦੇ ਆਪਣੇ ਚੈਨਲ 'ਤੇ। ਬਹੁਤ ਸਾਰੇ ਲੋਕਾਂ ਨੇ ਬਰਕਤ ਪਾਈ ਆ, ਆਸ਼ੀਸ਼ ਪਾਈ ਆ। ਤੋ ਮੇਨ ਗੱਲ ਇਹ ਹੁੰਦੀ ਵੀ ਅਸੀਂ ਕਿਸੇ ਲਈ ਬਰਕਤ ਦਾ ਕਾਰਨ ਬਣਦੇ ਹਾਂ। ਬੋਲੋ ਹਾਲੇਲੂਇਆ। ਆਪਾਂ ਕਿਸੇ ਲਈ ਨਹੀਂ ਤੇ ਕੰਮ ਤੋਂ ਕੰਮ ਆਪਣੇ ਬੱਚਿਆਂ ਦੇ ਲਈ ਤੇ ਬਰਕਤ ਦਾ ਕਾਰਨ ਬਣੀਏ। ਬਾਈਬਲ ਦੇ ਵਿੱਚ ਲਿਖਿਆ ਨਾ, ਜਦੋਂ ਸੁਲੇਮਾਨ ਬਾਦਸ਼ਾਹ ਨੇ ਗੁਨਾਹ ਕੀਤਾ, ਗੁਨਾਹ ਨੇ ਕੀ ਕੀਤਾ, ਉਹਨੇ ਬਹੁਤ ਸਾਰੀਆਂ ਰਾਣੀਆਂ ਕਰ ਲਈਆਂ ਜਿਹੜੀਆਂ ਰਾਜਪੁੱਤਰੀਆਂ ਸੀ, ਪਰ ਉਹ ਹੈ ਸੀ ਬੁੱਤ ਪ੍ਰਸਤ। ਤੋ ਬਾਈਬਲ ਦੇ ਵਿੱਚ ਲਿਖਿਆ ਕਿ ਸੁਲੇਮਾਨ ਬਾਦਸ਼ਾਹ ਦਾ ਮਨ ਉਹਦੀਆਂ ਰਾਣੀਆਂ ਨੇ ਪਰਮੇਸ਼ਰ ਵੱਲੋਂ ਫੇਰ ਕੇ ਹੋਰ ਦੇਵੀ ਦੇਵਤਿਆਂ ਵੱਲ ਲਾ ਦਿੱਤਾ। ਤੋ ਪਰਮੇਸ਼ਰ ਦੁਖੀ ਹੋਇਆ, ਪਰਮੇਸ਼ਰ ਨਾਰਾਜ਼ ਹੋਇਆ ਸੁਲੇਮਾਨ ਦੇ ਨਾਲ। ਔਰ ਪਰਮੇਸ਼ਰ ਨੇ ਸੁਲੇਮਾਨ ਬਾਦਸ਼ਾਹ ਨੂੰ ਕਿਹਾ, ਉਹਨੂੰ ਝਿੜਕਿਆ ਕਿ ਤੇਰਾ ਜਿਹੜਾ ਰਾਜ ਵਾ ਮੈਂ ਖਤਮ ਕਰ ਦਿਆਂਗਾ, ਤੇਰੇ ਹੱਥੋਂ ਖੋਹ ਲਵਾਂਗਾ ਰਾਜ। ਪਰ ਪਰਮੇਸ਼ਰ ਉਹਨੂੰ ਕਹਿੰਦਾ, ਪਰ ਫਿਰ ਵੀ ਤੇਰੇ ਪਿਤਾ ਦਾਊਦ ਦੇ ਕਾਰਨ ਮੈਂ ਰਾਜ ਤੇਰੇ ਕੋਲੋਂ ਨਹੀਂ ਖਾਊਂਗਾ, ਤੇਰੇ ਬੱਚੇ ਕੋਲੋਂ ਖੋਹ ਲਵਾਂਗਾ। ਫਿਰ ਵੀ ਪਰਮੇਸ਼ਰ ਕਹਿੰਦਾ ਕਿਉਂਕਿ ਮੈਂ ਦਾਊਦ ਦੇ ਨਾਲ ਵਾਅਦਾ ਕੀਤਾ ਸੀ ਕਿ ਤੇਰੇ ਤੁਖਮ ਦੇ ਵਿੱਚੋਂ ਰਾਜ ਕਦੇ ਨਹੀਂ ਖਤਮ ਹੋਊਗਾ, ਕਹਿੰਦਾ ਗਾੜੀ ਤੇਰੇ ਬੇਟੇ ਕੋਲੋਂ ਵੀ ਪੂਰਾ ਰਾਜ ਨਹੀਂ ਖੋਵਾਂਗਾ ਮੈਂ। ਇਹਦਾ ਮਤਲਬ ਅਸੀਂ ਸਿੱਖ ਸਕਦੇ ਹਾਂ ਦਾਊਦ ਨੇ ਵੀ ਬੜੀਆਂ ਮਿਸਟੇਕ ਕੀਤੀਆਂ ਆਪਣੇ ਜੀਵਨ 'ਚ, ਪਰ ਉਹ ਖੁਦਾ ਦੇ ਨਾਲ ਇੰਨਾ ਜ਼ਿਆਦਾ ਵਫਾਦਾਰ ਸੀ ਕਿ ਉਹਦੀ ਜਿਹੜੀ ਆਸ਼ੀਸ਼ ਸੀ ਗਾੜੀ ਉਹਦੇ ਬੱਚਿਆਂ ਤੱਕ ਵੀ ਚੱਲਦੀ ਰਹੀ। ਬੋਲੋ ਸਾਰੇ ਹਾਲੇਲੂਇਆ। ਤੋ ਇਸ ਆਇਤ ਦੇ ਵਿੱਚ ਲਿਖਿਆ ਵਾ ਕਿ ਤੁਹਾਡਾ ਵੀ ਭਲਾ ਹੋਏਗਾ ਤੇ ਤੁਹਾਡੇ ਬੱਚਿਆਂ ਦਾ। ਪਰ ਪਹਿਲਾਂ ਤੁਸੀਂ ਕੀ ਕਰਨਾ, ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਆ ਤੁਸੀਂ ਉਹਨਾਂ ਦੀ ਕੀ ਕਰਨੀ ਆ, ਪਾਲਣਾ ਕਰਨੀ। ਤੋ ਦੇਖੋ ਸਾਡੇ ਡੈਡੀ ਪ੍ਰਭੂ ਦਾ ਕੰਮ ਕਰਦੇ ਰਹੇ, ਅਜੇ ਵੀ ਕਰਦੇ ਆ। ਬੇਸ਼ੱਕ ਉਹ ਥੋੜ੍ਹੇ ਬਿਮਾਰ ਰਹਿੰਦੇ ਆ, ਸਰੀਰ ਵੀਕ ਹੋ ਗਿਆ, ਪਰ ਫਿਰ ਵੀ ਉਹਨਾਂ ਦੇ ਅੰਦਰ ਬੜਾ ਜੋਸ਼ ਹੁੰਦਾ ਵੀ ਮੈਨੂੰ ਕਲਾਮ ਸੁਣਾਉਣ ਦਾ ਟਾਈਮ ਦਿੱਤਾ ਜਾਵੇ। ਫਿਰ ਕਈ ਵਾਰੀ ਜਦੋਂ ਘੰਟਾ ਡੇਢ ਘੰਟਾ ਬੋਲਦੇ ਤਾਂ ਉਹਨਾਂ ਦਾ BP ਹਾਈ ਹੋ ਜਾਂਦਾ ਕਿਉਂਕਿ ਸਰੀਰ ਹੁਣ ਸਾਥ ਨਹੀਂ ਦਿੰਦਾ। ਅਤੇ ਚਲੋ ਅਸੀਂ ਤਾਂ ਬੱਚੇ, ਅਸੀਂ ਤਾਂ ਕੁਝ ਕਹਿਣਾ ਨਹੀਂ ਹੁੰਦਾ। ਅਤੇ ਫਿਰ ਮੰਮੀ ਉਹਨਾਂ ਦੇ ਦਿਵਾਲੇ ਹੋ ਜਾਂਦੀ ਹੈ ਜਦੋਂ ਤੁਸੀਂ ਕਲਾਮ ਸੁਣਾਉਣਾ ਹੁੰਦਾ। 10-15 ਮਿੰਟ ਸੁਣਾ ਲਿਆ ਕਰੋ, ਜ਼ਿਆਦਾ ਟਾਈਮ ਨਾ ਸੁਣਾਇਆ ਕਰੋ। ਅਸਲ 'ਚ ਗੱਲ ਇਹ ਆ, ਜਦੋਂ ਮਾਂ ਬਾਪ ਪਰਮੇਸ਼ਰ ਦਾ ਧੰਨਵਾਦ ਕਰਨਗੇ। ਹੁਣ ਦੇਖੋ ਲਾਵਾ ਦਾ ਬੇਟਾ ਵਾ, ਇੰਨੇ ਪਾਸਟਰਾਂ ਨੂੰ ਸੱਦਿਆ ਵਾ, ਬੰਦਗੀ ਕਰਾਉਣ ਦੇ ਆ ਘਰ ਦੇ ਵਿੱਚ, ਸ਼ੁਕਰਗੁਜ਼ਾਰੀ ਕਰਨ ਦੇ, ਅਤੇ ਬੱਚਾ ਨਿੱਕਾ ਜਿਹਾ ਹੁੰਦਾ ਸਿੱਖਣ ਦਿਆ ਵਾ ਕਿ ਮੇਰਾ ਬਾਪ ਇੱਦਾਂ ਪਰਮੇਸ਼ਰ ਦਾ ਕੀ ਕਰਦਾ। ਤਾਂ ਜਿੱਦਾਂ ਪਾਸਟਰ ਵੀਰਾ ਦੱਸਣ ਦਿਆ, ਜੇ ਲਵ ਇੱਥੇ ਗਲਾਸੀਆਂ ਖੜਕਾਵੇ, ਠੀਕ ਆ, ਗੰਦੇ ਮੰਦੇ ਗੀਤ ਵਜਾਵੇ, ਅਤੇ ਬੱਚੇ ਨੇ ਉਹ ਕੁਝ ਸਿੱਖਣਾ ਅੱਗੇ ਜਾ ਕੇ। ਤੋ ਲਵ ਨੇ ਟ੍ਰੇਨਿੰਗ ਕੀਤੀ ਹੈ, ਬਾਈਬਲ ਟ੍ਰੇਨਿੰਗ ਕੀਤੀ, ਇਹਨੂੰ ਸਾਰਾ ਕੁਝ ਪਤਾ ਖੁਦਾ ਦੇ ਵਚਨਾਂ ਦੇ ਬਾਰੇ। ਤੋ ਪਤਾ ਹੋਣਾ ਕਾਫੀ ਨਹੀਂ ਆ,
ਫਾਇਦਾ ਤਾਂ ਵਾ ਜੇ ਸਾਨੂੰ ਵਚਨਾਂ ਦਾ ਪਤਾ ਵਾ ਤੇ ਅਸੀਂ ਉਹਦੇ ਉੱਤੇ ਚੱਲਦੇ ਹਾਂ। ਬੋਲੋ ਸਾਰੇ ਹਾਲੇਲੂਇਆ। ਜ਼ਬੂਰ ਨੰਬਰ 2 ਦੇ ਵਿੱਚ ਲਿਖਿਆ ਕਿ ਤੁਸੀਂ ਜਦੋਂ ਖੁਸ਼ੀ ਕਰਦੇ ਜੇ ਕੰਮ ਦੇ ਖੁਸ਼ੀ ਕਰੋ। ਉਹਦਾ ਮਤਲਬ ਇਹ ਆ ਵੀ ਤੁਹਾਡੇ ਅੰਦਰ ਖੁਦਾ ਦਾ ਕੀ ਹੋਣਾ ਚਾਹੀਦਾ, ਡਰ ਹੋਣਾ ਚਾਹੀਦਾ। ਅੱਜ ਤਾਂ ਨਹੀਂ, ਹੁਣ ਮੈਂ ਹੋਰ ਬਹੁਤੀਆਂ ਪੜਾਵਾਂਗਾ। ਜਦੋਂ ਅਸੀਂ ਅਯੂਬ ਦੀ ਕਿਤਾਬ ਪਹਿਲੇ ਚੈਪਟਰ ਦੇ ਵਿੱਚੋਂ ਪੜ੍ਹਦੇ ਹਾਂ, ਅਯੂਬ ਦੇ ਬਾਰੇ ਲਿਖਿਆ ਕਿ ਅਯੂਬ ਇੱਕ ਧਰਮੀ ਮਨੁੱਖ ਸੀ, ਪੂਰਾ ਸੀ ਲਿਖਿਆ। ਕੀ ਲਿਖਿਆ ਅਯੂਬ ਦੇ ਬਾਰੇ? ਪੂਰਾ ਤੇ ਖਰਾ। ਤਾਂ ਅਸੀਂ ਦੇਖੋ ਪੂਰਾ ਅਕਸਰ ਉਹਨੂੰ ਕਹਿੰਦੇ ਜਦੋਂ ਕੋਈ ਮਰ ਜਾਂਦਾ ਤਾਂ ਅਸੀਂ ਕੀ ਕਹਿੰਦੇ, ਕੀ ਹੋ ਗਿਆ? ਪਰ ਅਯੂਬ ਦੇ ਬਾਰੇ, ਜੀਂਦੇ ਦੇ ਬਾਰੇ ਖੁਦਾ ਕਹਿੰਦਾ ਕਿ ਕੀ ਸੀ? ਉਹ ਪੂਰਾ ਸੀ। ਪਰ ਅੱਗੇ ਜਾ ਕੇ ਉਹਦੇ ਬੱਚਿਆਂ ਦੇ ਬਾਰੇ ਲਿਖਿਆ ਕਿ ਉਹਦੇ ਜਿਹੜੇ ਬੱਚੇ ਸੀ ਉਹ ਦਾਵਤ ਕਰਦੇ ਹੁੰਦੇ ਸੀ, ਔਰ ਜਦੋਂ ਦਾਵਤ ਕਰਦੇ ਸੀ ਤੇ ਆਪਣੀਆਂ ਭੈਣਾਂ ਨੂੰ, 3 ਭੈਣਾਂ ਸੀ, ਉਹਨਾਂ ਨੂੰ ਵੀ ਬੁਲਾ ਲੈਂਦੇ ਸੀ। ਜਿਹਦੇ ਤੋਂ ਇਹ ਸਮਝ ਆਉਂਦੀ ਆ ਵੀ ਭੈਣਾਂ ਨੂੰ ਬੁਲਾਉਂਦੇ ਸੀ, ਇਹਦਾ ਮਤਲਬ ਭੈਣਾਂ ਸ਼ਾਦੀशुदा ਸੀ। ਜਿਹਦੇ ਘਰੇ ਹੁਣ ਫੇਰ ਥੋੜਾ ਬੁਲਾਉਣਾ ਹੁੰਦਾ ਹੈ। ਜਦੋਂ ਆਪਾਂ ਇੰਗਲਿਸ਼ ਦੀ ਬਾਈਬਲ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਵਾ ਕਿ ਉਹ ਪਾਰਟੀਆਂ ਕਰਦੇ ਹੁੰਦੇ ਸੀ, ਔਰ ਉੱਥੇ ਲਿਖਿਆ ਕਿ ਜਦੋਂ ਉਹਨਾਂ ਦੇ ਦਾਵਤ ਦੇ ਦਿਨ ਬੀਤ ਜਾਂਦੇ ਸੀ, ਅਯੂਬ ਆਪਣੇ ਬੱਚਿਆਂ ਨੂੰ ਇਕੱਠਾ ਕਰਦਾ ਸੀ ਤੇ ਉਹਨਾਂ ਨੂੰ ਪਵਿੱਤਰ ਕਰਦਾ ਸੀ। ਤੇ ਖੁਦਾ ਦੇ ਅੱਗੇ ਪਤਾ ਕੀ ਕਰਦਾ ਹੁੰਦਾ ਸੀ? ਬਲੀ ਚੜਾ ਕੇ ਤੇ ਦੁਆ ਕਰਦਾ ਹੁੰਦਾ ਸੀ, ਪਰਮੇਸ਼ਰ ਜੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਤੇ ਉਹਨਾਂ ਨੂੰ ਕੀ ਕਰਦੀ? ਤਾਂ ਮੈਂ ਇਹ ਸਮਝਦਾ ਵਾਂ, ਪਤਾ ਨਹੀਂ ਤੁਸੀਂ ਸਮਝਦੇ ਕਿ ਨਹੀਂ, ਮੈਂ ਇਹ ਸਮਝਦਾ ਕਿ ਇਹਦਾ ਮਤਲਬ ਜਿਹੜੇ ਅਯੂਬ ਦੇ ਬੱਚੇ ਸੀ ਉਹ ਗਲਤ ਤਰੀਕੇ ਨਾਲ ਪਾਰਟੀਆਂ ਮਨਾਉਂਦੇ ਸੀ। ਅਯੂਬ ਖੁਦ ਧਰਮੀ ਸੀ, ਬੱਚੇ ਕਰਪਟ ਸੀ। ਅਸੀਂ ਦੇਖਦੇ ਜਦੋਂ ਸ਼ੈਤਾਨ ਨੇ ਅਟੈਕ ਕੀਤਾ ਅਯੂਬ ਦੀ ਜ਼ਿੰਦਗੀ ਤੇ, ਅਯੂਬ ਬਾਰੇ ਪਰਮੇਸ਼ਰ ਕਹਿੰਦਾ ਵਾ ਸ਼ੈਤਾਨ ਨੂੰ ਕਿ ਉਹਦੇ ਸਰੀਰ ਨੂੰ ਤੂੰ ਛੂਹ ਸਕਦਾ, ਉਹਨੂੰ ਬਿਮਾਰ ਕਰ ਸਕਦਾ, ਪਰ ਉਹਦੇ ਪ੍ਰਾਣ ਨਹੀਂ ਕੱਢ ਸਕਦਾ। ਤਾਂ ਪਰਮੇਸ਼ਰ ਬੱਚਿਆਂ ਬਾਰੇ ਵੀ ਇਹ ਗੱਲ ਕਹਿ ਸਕਦਾ ਸੀ, ਪਰ ਬੱਚਿਆਂ ਦੀ ਨਹੀਂ ਕਹੀ। ਕਈ ਵਾਰੀ ਆਪਾਂ ਖੁਦ ਤੇ ਬੜੇ ਧਰਮੀ ਹੁੰਨੇ ਆ, ਪਰ ਸਾਡੇ ਬੱਚਿਆਂ ਦੇ ਉੱਤੇ ਲਗਾਮ ਨਹੀਂ ਹੁੰਦੀ ਸਾਡੀ। ਠੀਕ ਆ, ਹੰਨਾ ਦੀ ਗੱਲ ਕੀਤੀ ਪਰਮੇਸ਼ਰ ਦੇ ਦਾਸ ਪਾਸਟਰ ਵੀਰੇ ਨੇ। ਹੰਨਾ ਨੇ ਆਪਣਾ ਮੁੰਡਾ ਜਿਹੜਾ ਸੀ ਦੇਖੋ ਏਲੀ ਜਾਜਕ ਦੇ ਕੋਲ ਛੱਡ ਦਿੱਤਾ। ਜਦੋਂ ਉਹਦਾ ਦੁੱਧ ਛਡਾਇਆ ਉਹ ਪੱਕਾ ਹੀ ਉੱਥੇ ਦੇ ਆਈ। ਲੇਕਿਨ ਸਾਲ ਬਾਅਦ ਜਾਂਦੀ ਸੀ, ਉਹਦੇ ਲਈ ਝੱਗਾ ਬਣਾ ਕੇ ਖੜਦੀ ਸੀ। ਬਾਕੀ ਉਹ ਉੱਥੇ ਹੀ ਰਹਿੰਦਾ ਸੀ, ਖੁਦਾ ਦੀ ਖਿਦਮਤ ਸੇਵਾ ਕਰਦਾ ਸੀ ਜਿੱਦਾਂ ਜਿੱਦਾਂ ਨੂੰ ਏਲੀ ਜਾਜਕ ਸਿਖਾਉਂਦਾ ਸੀ। ਪਰ ਲਿਖਿਆ ਏਲੀ ਜਾਜਕ ਦੇ ਜਿਹੜੇ ਦੋਵੇਂ ਮੁੰਡੇ ਸੀ ਉਹ ਸ਼ੈਤਾਨ ਸੀ। ਲਿਖਿਆ ਜਿਹੜੀਆਂ ਔਰਤਾਂ ਚਰਚ ਦੇ ਵਿੱਚ ਸੇਵਾ ਕਰਨ ਆਉਂਦੀਆਂ ਸੀ ਉਹਨਾਂ ਨਾਲੋਂ ਬਦਕਾਰੀ ਕਰਦੇ ਸੀ। ਫਿਰ ਲਿਖਿਆ ਜਿਹੜੀ ਭੇਂਟ ਆਉਂਦੀ ਸੀ ਜਿੱਦਾਂ ਉਹਨਾਂ ਕੋਲ ਪਹੁੰਚਣੀ ਚਾਹੀਦੀ ਸੀ ਉੱਦਾਂ ਨਹੀਂ ਸੀ ਪਹੁੰਚਦੀ, ਉਹ ਪਹਿਲਾਂ ਹੀ ਜਾ ਕੇ ਵਿੱਚ ਆਪਣਾ ਹੀ ਉਹ ਚੱਪੂ ਜਿਹਾ ਫੇਰਨ ਡੈ ਪੈਂਦੇ ਹੁੰਦੇ ਸੀ। ਤੋ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ 2 ਵਾਰੀ ਅਲਰਟ ਕੀਤਾ ਏਲੀ ਜਾਜਕ ਨੂੰ, ਔਰ ਖੁਦਾ ਨੇ ਉਹਨੂੰ ਇਹੋ ਕਿਹਾ ਏਲੀ ਜਾਜਕ ਨੂੰ ਕਿ ਤੂੰ ਆਪਣੇ ਪੁੱਤਰਾਂ ਦਾ ਆਦਰ ਮੇਰੇ ਨਾਲੋਂ ਜ਼ਿਆਦਾ ਕਰਨਾ। ਕਈ ਵਾਰੀ ਆਪਾਂ ਨਾ ਸਾਡਾ ਆਪਣੇ ਬੱਚਿਆਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੋ ਜਾਂਦਾ ਵਾ ਕਿ ਅਸੀਂ ਕਹਿੰਦੇ ਕੋਈ ਗੱਲ ਨਹੀਂ, ਵੱਡੇ ਹੋ ਕੇ ਸੁਧਰ ਜਾਣਗੇ। ਬਾਈਬਲ ਦੇ ਵਿੱਚ ਲਿਖਿਆ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ। ਜਦੋਂ ਉਹ ਬਾਲਕ ਹੈ, ਜਦੋਂ ਛੋਟਾ ਆ ਦੇਖੋ ਘਰ ਬਣਿਆ ਬੜਾ ਅੱਛਾ ਬਣਿਆ, ਪਹਿਲਾਂ ਇਹਦੀ ਫਾਊਂਡੇਸ਼ਨ ਤਿਆਰ ਕੀਤੀ ਜਾਂਦੀ, ਇਹਦੀ ਨੀਂਹ। ਤੇ ਮੰਨ ਲਓ ਮਿਸਤਰੀ ਵਿੰਗੀਆਂ ਟੇਡੀਆਂ ਨੀਹਾਂ ਕੱਢੀ ਜਾਵੇ ਤੇ ਉਹਨੂੰ ਕੋਈ ਯਾਰ ਕੰਮ ਚੱਜ ਨਾ, ਉਹ ਕੋਈ ਨਹੀਂ ਉੱਤੇ ਜਾ ਕੇ ਠੀਕ ਹੋ ਜਾਵਾਂਗੇ, ਇਦਾਂ ਥੋੜ੍ਹਾ ਹੁੰਦਾ। ਜੇ ਨੀਂਹ ਚੱਜ ਦੀ ਨਹੀਂ ਹੈ ਤਾਂ ਉੱਤੇ ਕਮਰਾ ਵੀ ਅੱਛੇ ਤਰੀਕੇ ਨਾਲ ਨਹੀਂ ਬਣ ਸਕਦਾ। ਇਸ ਲਈ ਜਦੋਂ ਬੱਚੇ ਛੋਟੇ ਆ ਉਹਨਾਂ ਨੂੰ ਇਹੋ ਜਿਹਾ ਪਿਆਰ ਨਾ ਕਰੀਏ ਕਿ ਉਹ ਇੱਕ ਦਿਨ ਸ਼ੈਤਾਨ, ਤੁਸੀਂ ਧਰਮੀ ਰਹੋ ਤੇ ਬੱਚੇ ਕਿਹਦੇ ਵਾਸਤੇ ਚੱਲ ਜਾਣ? ਸ਼ੈਤਾਨ ਦੇ ਵਸ ਦੇ ਵਿੱਚ ਚਲੇ ਜਾਣ। ਬਾਈਬਲ ਦੇ ਵਿੱਚ ਲਿਖਿਆ ਆਪਣੇ ਪੁੱਤਰ ਦੇ ਉੱਤੇ ਸਿਟੀ ਦਾ ਇਸਤੇਮਾਲ ਕਰ ਤੇ ਉਹਦੀ ਜਾਨ ਨੂੰ ਪਤਾਲ ਤੋਂ ਬਚਾ ਲੈ। ਪਰਮੇਸ਼ਰ ਆਪਣੇ ਬੱਚਿਆਂ ਤੇ ਸਖਤੀ ਕਰਨ ਲਈ ਕਹਿੰਦਾ। ਦੇਖੋ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਜਿਨ੍ਹਾਂ ਨੂੰ ਪਿਆਰ ਕਰਦਾ ਝਿੜਕਦਾ ਤੇ ਤਾੜਦਾ, ਤੇ ਯਹੂਨਾ ਲਿਖਦਾ ਕਿ ਕੋਰੜੇ ਵੀ ਮਾਰਦਾ। ਹਾਲੇਲੂਇਆ। ਯਿਸੂ ਮਸੀਹ ਜਿਹਦੇ ਅੰਦਰ ਇੱਕ ਪਾਪ ਨਹੀਂ ਸੀ ਉਹਦੇ ਵੀ ਕੋਰੜੇ ਵੱਜੇ। ਤੇ ਅਸੀਂ ਤਾਂ ਪਤਾ ਨਹੀਂ ਕਿੰਨੀਆਂ ਗਲਤੀਆਂ ਕਰਦੇ ਹਾਂ। ਇਸ ਲਈ ਆਪਣੇ ਬੱਚਿਆਂ ਦੇ ਉੱਤੇ ਸਖਤੀ ਕਰਨੀ ਵਚਨ ਦੇ ਅਨੁਸਾਰ। ਮੈਨੂੰ ਯਾਦ ਹੈ ਸਾਡੇ 3 ਭਰਾਵਾਂ 'ਚ ਜਿਹੜਾ ਵੱਡਾ ਵਾ ਡਾਕਟਰ ਬਣੋ, ਉਦੋਂ ਉਹਨਾਂ 9ਵੀਂ ਕਲਾਸ ਦੇ ਵਿੱਚ ਉਹ ਪੜ੍ਹਦਾ ਹੁੰਦਾ ਸੀ ਤੇ ਉਹਨੂੰ ਨਾ ਚਸਕਾ ਲੱਗ ਗਿਆ। ਤੁਹਾਨੂੰ ਪਤਾ ਉਹਨਾਂ ਸਮਿਆਂ ਦੇ ਵਿੱਚ ਨਾ ਮੂਵੀ ਹਾਲ ਹੁੰਦੇ ਸੀ, VCR ਦੇ ਉੱਤੇ ਫਿਲਮਾਂ ਦਿਖਾਉਂਦੇ ਹੁੰਦੇ ਸੀ। ਤੇ ਮੈਨੂੰ 2-3 ਵਾਰੀ ਕਿਸੇ ਨੇ ਦੱਸਿਆ ਵੀ ਤੁਹਾਡਾ ਨਾ ਵੱਡਾ ਭਰਾ ਨਾ ਇੱਦਾਂ ਫਿਲਮ ਵੇਖਣ ਜਾਂਦਾ ਸਕੂਲ ਛੱਡ ਕੇ। ਤੋ ਮੈਂ ਉਦੋਂ ਮੇਰਾ ਖਿਆਲ 6ਵੀਂ ਜਮਾਤ 'ਚ ਪੜ੍ਹਦਾ ਸੀ। ਤੋ ਮੈਂ ਫਿਰ ਪਿੱਛੇ ਗਿਆ ਉਹਦੇ ਤੇ ਮੈਂ ਵੇਖਿਆ ਜਾ ਕੇ। ਤੋ ਮੈਂ ਘਰ ਆ ਕੇ ਡੈਡੀ ਨੂੰ ਦੱਸਿਆ, ਮੈਂ ਕਿਹਾ ਵੀ ਇੱਦਾਂ ਇਹ ਫਿਲਮਾਂ ਵੇਖਣ ਜਾਂਦਾ। ਤੋ ਮੈਂ ਦੇਖਿਆ ਫਿਰ ਡੈਡੀ ਨੇ ਉਹਨੂੰ ਥੋੜ੍ਹਾ ਝਿੜਕਿਆ ਵੀ, ਉਹਨੂੰ ਮਾਰਿਆ ਵੀ। ਫਿਰ ਮੈਂ ਦੇਖਿਆ ਡੈਡੀ ਨੇ ਲਗਾਤਾਰ 1 ਮਹੀਨਾ ਉਹਨੂੰ ਘੰਟਾ 2 ਘੰਟੇ ਬਿਠਾਲ ਕੇ ਉਹਨੂੰ ਵਚਨ 'ਚੋਂ ਪੜ੍ਹਾਉਂਦਾ ਰਿਹਾ, ਸਮਝਾਉਂਦੇ ਰਹੇ, ਸਿਖਾਉਂਦੇ ਰਹੇ। ਤੋ ਹਟ ਗਿਆ। ਹਾਲੇਲੂਇਆ। ਅੱਜ ਕੱਲ੍ਹ ਦੀ ਲਾਈਫ ਨਾ ਇੰਨੀ ਬਿਜੀ ਹੋ ਚੁੱਕੀ ਹੈ, ਜਿਹੜੇ ਆਤਮਿਕ ਲੋਕ ਵੀ ਹੈ ਨਾ, ਇੱਥੋਂ ਤੱਕ ਮੈਂ ਪਾਸਟਰਾਂ ਨੂੰ ਵੀ ਵੇਖਿਆ। ਥੋੜ੍ਹੇ ਦਿਨ ਪਹਿਲਾਂ ਇੱਕ ਮੀਟਿੰਗ ਦੇ ਵਿੱਚ ਸੀ ਤੇ ਇੱਕ ਪਾਸਟਰ ਦਾ ਬੇਟਾ ਮੇਰੇ ਲਾਗੇ ਬੈਠਾ, ਛੋਟਾ ਜਿਹਾ ਸੀ, ਮੇਰੀ ਲੱਤ ਕੇ ਜਿੱਡਾ ਹੋਣਾ। ਤੇ ਇੱਕ ਕੱਟ ਉਹਨੇ ਭਰਵੱਟੇ 'ਚ ਇੱਥੇ ਮਰਵਾਇਆ ਤੇ ਇੱਕ ਲੀਕ ਉਹਨੇ ਇੱਥੇ ਪਰਵਾਈ। ਮੈਂ ਕਿਹਾ ਇਹ ਬਾਊ ਜੀ ਇਹ ਕੀ ਸਿਸਟਮ ਬਣਾਇਆ? ਤੇ ਹੱਸੀ ਜਾਵੇ। ਕਈ ਕਹਿੰਦੇ ਵੀ ਇਹ ਨੋਰਮਲ ਗੱਲਾਂ, ਇਹ ਨੋਰਮਲ ਗੱਲਾਂ ਨਹੀਂ, ਇਹ ਸ਼ੁਰੂਆਤ ਹੈ ਪਾਪ ਦੀ।
ਇਹ ਟਸਨ ਦੱਸਦੇ ਆ ਵੀ ਤੁਹਾਡਾ ਬੱਚਾ ਜਿਹੜਾ ਕਿਹੜੇ ਪਾਸੇ ਨੂੰ ਜਾ ਰਿਹਾ। ਤੋਂ ਕਈ ਵਾਰੀ ਅੱਜ ਦੀ ਲਾਈਫ ਇੰਨੀ ਬਿਜੀ ਲਾਈਫ ਹੋ ਗਈ ਆ, ਮੈਂ ਕਈ ਵਾਰੀ ਪੜ੍ਹੇ ਲਿਖੇ ਲੋਕਾਂ ਦੇ ਘਰਾਂ 'ਚ ਜਾਈਦਾ ਨਾ, ਉਹਨਾਂ ਨੂੰ ਪੁੱਛੀਦਾ ਨਾ ਤੁਹਾਡਾ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ, ਮਾਂ ਬਾਪ ਨੂੰ ਪੁੱਛੀਦਾ, ਹਾਂ ਕਾਕਾ ਦੱਸ ਕਿਹੜੀ ਕਲਾਸ 'ਚ ਪੜ੍ਹਦਾ, ਮਾਂ ਪਿਓ ਨੂੰ ਪਤਾ ਹੀ ਨਹੀਂ ਵੀ ਬੱਚਾ ਕਿਹੜੀ ਕਲਾਸ 'ਚ ਪੜ੍ਹਦਾ ਸਾਡਾ ਹੈ। ਮੈਂ ਇੱਕ ਦਿਨ ਫੋਨ ਲਾਇਆ ਟੀਚਰ ਨੂੰ, ਆਨਲਾਈਨ ਕਲਾਸਾਂ ਲੱਗਦੀਆਂ, ਤੋ ਜਿਸ ਤਰ੍ਹਾਂ ਮੈਂ ਬਾਹਰ ਹੁੰਦਾ ਤਾਂ ਮੇਰਾ ਨੰਬਰ ਐਡ ਸੀ, ਤੋ ਨਵਾਂ ਨੰਬਰ ਮੈਂ ਲਿਆ ਤੇ ਮੈਂ ਕਿਹਾ ਚਲੋ ਟੀਚਰ ਨੂੰ ਫੋਨ ਕਰਦੇ ਵੀ ਇਹ ਗਰੁੱਪ ਦੇ ਵਿੱਚ ਐਡ ਕਰ ਦਿਓ। ਤੋ ਮੈਨੂੰ ਟੀਚਰ ਨੇ ਪੁੱਛਿਆ, ਕਹਿੰਦੇ ਵੀ ਬੱਚੇ ਦੀ ਕਲਾਸ ਕਿਹੜੀ, ਮੈਂ ਕਲਾਸ ਦੱਸੀ। ਤੋ ਫਿਰ ਕਹਿੰਦੇ ਵੀ ਰੋਲ ਨੰਬਰ, ਮੈਂ ਰੋਲ ਨੰਬਰ ਦੱਸਿਆ, ਕਹਿੰਦੇ ਸੈਕਸ਼ਨ ਕਿਹੜਾ, ਮੈਂ ਸੈਕਸ਼ਨ ਦੱਸਿਆ। ਤੇ ਮੈਨੂੰ ਕਹਿੰਦੀ ਭਾਜੀ ਪਹਿਲਾਂ ਪਿਓ ਵੇਖਿਆ ਨਹੀਂ ਤੇ ਫੋਨ ਲਾਉਂਦੇ ਆ ਤੇ ਅਸੀਂ ਪੁੱਛੀਦਾ ਕਲਾਸ ਕਿਹੜੀ, ਤੇ ਉਹ ਆਵਾਜ਼ ਉਹ ਕਾਕਾ ਦੱਸੀ ਕਲਾਸ ਮੈਡਮ ਨੂੰ ਕਿਹੜੀ ਤੇਰੀ। ਮਤਲਬ ਕੀ ਆ, ਇਨਸਾਨ ਪੈਸਾ ਕਮਾਉਣ 'ਚ, ਕਾਰੋਬਾਰ 'ਚ ਇੰਨਾ ਵਿਅਸਤ ਹੋ ਚੁੱਕਾ, ਉਹਨੂੰ ਪਤਾ ਨਹੀਂ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ, ਕਿਹੜੀ ਕਲਾਸ 'ਚ ਪੜ੍ਹ ਰਿਹਾ, ਸਕੂਲ ਜਾਂਦਾ ਨਹੀਂ ਜਾਂਦਾ, ਪੜ੍ਹਦਾ ਨਹੀਂ ਪੜ੍ਹਦਾ, ਪਤਾ ਨਹੀਂ। ਇੱਕ ਗੱਲ ਯਾਦ ਰੱਖੋ, ਬਾਈਬਲ ਦੇ ਵਿੱਚ ਲਿਖਿਆ ਹੈ ਬੱਚੇ ਪਰਮੇਸ਼ਰ ਦੇ ਵੱਲੋਂ ਮਿਰਾਸ ਨੇ। ਹਾਲੇਲੂਇਆ। ਯਾਨੀ ਕਿ ਗਿਫਟ ਨੇ, ਪਰਮੇਸ਼ਰ ਨੇ ਸਾਨੂੰ ਇਹ ਮਿਰਾਸ ਦਿੱਤੀ, ਇਹ ਇਨਾਮ ਦਿੱਤਾ ਹੈ। ਤਾਂ ਜਿਹੜਾ ਇਨਾਮ ਹੁੰਦਾ ਉਹਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਹਾਲੇਲੂਇਆ। ਅਸੀਂ ਖੜੇ, ਹੰਨਾ ਨੇ ਗਵਾਹੀ ਦਿੱਤੀ, ਅਸੀਂ ਵੀ ਗਵਾਹੀਆਂ ਦਿੰਦੇ, ਖੁਦਾ ਨੇ ਜੀ ਸਾਨੂੰ ਬੱਚੇ ਦਿੱਤੇ ਆ। ਤਾਂ ਅਗਰ ਉਹ ਬੱਚੇ ਵਿਗੜ ਜਾਂਦੇ ਤਾਂ ਮਤਲਬ ਆਪਾਂ ਖੁਦਾ ਦੀ ਦਿੱਤੀ ਹੋਈ ਗਵਾਹੀ ਖਰਾਬ ਕਰਨ ਦੇ। ਸਾਡਾ ਇੱਕ ਭਰਾ, ਉਹਨੇ ਗੱਡੀ ਲਈ ਗਵਾਹੀਆਂ ਦੇਣੀਆਂ ਕਿ ਪਰਮੇਸ਼ਰ ਨੇ ਮੈਨੂੰ ਗੱਡੀ ਦਿੱਤੀ, ਉਹਨੇ ਵੇਚਣੇ ਲਾਤੀ। ਅਸੀਂ ਉਹਨੂੰ ਬੜਾ ਸਮਝਾਇਆ, ਅਸੀਂ 2-3 ਜਾਣਿਆਂ ਨੇ, ਅਸੀਂ ਕਿਹਾ ਵੇ ਤੂੰ ਸਟੇਜ ਤੇ ਚੜ੍ਹ ਕੇ ਗਵਾਹੀ ਦਿੰਦਾ ਕਿ ਪਰਮੇਸ਼ਰ ਨੇ ਮੈਨੂੰ ਗੱਡੀ ਦਿੱਤੀ ਆ, ਮੈਂ ਅਗਰ ਤੂੰ ਇਹ ਗੱਡੀ ਵੇਚੇਂਗਾ ਤੂੰ ਆਪਣੀ ਗਵਾਹੀ ਨੂੰ ਮਾਰਨ ਦਿਆਂ। ਸ਼ੈਤਾਨ ਇਦਾਂ ਹੀ ਹੁੰਦਾ ਸਾਡੀ ਜ਼ਿੰਦਗੀ 'ਚ, ਸਭ ਤੋਂ ਪਹਿਲਾਂ ਸਾਡੀ ਗਵਾਹੀ ਖਰਾਬ ਕਰਦਾ, ਠੀਕ ਆ, ਫਿਰ ਹੌਲੀ ਹੌਲੀ ਬਸ ਉਹ ਸਾਰਾ ਕੁਝ ਕਰਨ ਡੈ ਪੈਂਦਾ। ਪਰ ਉਹਨੇ ਮੰਨੀ ਨਹੀਂ, ਉਹਨੇ ਗੱਡੀ ਵੇਚ ਦਿੱਤੀ, ਬਸ ਉਰ ਤੋਂ ਠਾਂ 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 ਠਾਂ। ਇਸ ਲਈ ਹਮੇਸ਼ਾ ਯਾਦ ਰੱਖੋ, ਖੁਦਾ ਨੇ ਸਾਨੂੰ ਧੀਆਂ ਦਿੱਤੇ, ਪੁੱਤਰ ਦਿੱਤੇ, ਜਿੰਨੇ ਵੀ ਬੱਚੇ ਸਾਨੂੰ ਖੁਦਾ ਨੇ ਦਿੱਤੇ ਆ, ਉਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਕਿ ਉਹ, ਮੈਂ ਗੱਲ ਕੀਤੀ ਸੀ ਅਸੀਂ ਸਾਰੇ ਸੇਵਾਦਾਰ ਹਾਂ, ਉਹ ਖੁਦਾ ਦੇ ਸੇਵਾਦਾਰ ਬਣ। ਬੋਲੋ ਹਾਲੇਲੂਇਆ। ਸਾਡੀ ਬੇਟੀ ਬੈਠੀ ਇੱਥੇ ਰਮਨ ਹੈ, ਇਹਦਾ ਡੈਡੀ ਜਿਹੜਾ ਵਾ, ਠੀਕ ਆ, ਉਹ ਇਦਾਂ ਦਾ ਹੀ, ਉੱਦਾਂ ਸਾਡੀ ਇੱਜ਼ਤ ਕਰਦਾ, ਪਰ ਰੱਬ ਦੇ ਰਾਹ ਤੇ ਏਡਾ ਵਧੀਆ ਨਹੀਂ। ਇੱਕ ਵਾਰੀ ਸੀ ਤੇ ਬੜੇ ਚਾਅ ਨਾਲ ਇਹਨੇ ਆਪਣੇ ਘਰ ਬੰਦਗੀ ਕਰਾਉਣੀ, ਬੜਾ ਇਹਨੂੰ ਚਾਅ ਹੋਣਾ ਬੰਦਗੀ ਦਾ। ਤੋ ਅੱਜ ਮੈਂ ਜਦੋਂ ਵੀ ਇਹਨੂੰ ਮਿਲਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਵੀ ਜੇ ਇਹਨੂੰ ਖੁਦਾ ਦੀ ਲਗਨ ਸੀ ਤੇ ਖੁਦਾ ਨੇ ਇਹਨੂੰ ਅੱਛਾ ਪਤੀ ਦਿੱਤਾ, ਖੁਦਾ ਦੇ ਰਾਹ ਤੇ ਚੱਲਣ ਵਾਲਾ। ਬੋਲੋ ਹਾਲੇਲੂਇਆ। ਹਾਲੇਲੂਇਆ। ਚਲੋ ਹੋ ਸਕਦਾ ਸਾਡੇ ਪਿਓ ਦਾਦਿਆਂ ਨੂੰ ਸਮਝ ਨਹੀਂ ਸੀ, ਜੇ ਸਾਨੂੰ ਸਮਝ ਆ ਗਈ, ਸਾਨੂੰ ਸਮਝ ਆ ਗਈ ਤੇ ਅਸੀਂ ਹੁਣ ਸਮਝ ਦਾ ਇਸਤੇਮਾਲ ਕਰੀਏ, ਅੱਛੇ ਤਰੀਕੇ ਨਾਲ ਖੁਦਾ ਦੇ ਰਾਹ ਤੇ ਚੱਲੀਏ, ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਵਾ ਸੁਧਰ ਜਾਵੇ। ਬੋਲੋ ਸਾਰੇ ਹਾਲੇਲੂਇਆ। ਦੇਖੋ ਅਬਰਾਹਮ ਦਾ ਜਿਹੜਾ ਬਾਪ ਸੀ ਉਹ ਬੁੱਤ ਪ੍ਰਸਤ ਸੀ, ਠੀਕ ਆ, ਬੁੱਤਾਂ ਦੀ ਪੂਜਾ ਕਰਨ ਵਾਲਾ ਸੀ। ਇਸੇ ਲਈ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਕਿ ਤੂੰ ਆਪਣੇ ਬਾਪ ਤੋਂ ਵੱਖਰਾ ਹੋ ਜਾ। ਔਰ ਦੇਖੋ ਐਡੀ ਵੱਡੀ ਆਸ਼ੀਸ਼ ਖੁਦਾ ਨੇ ਅਬਰਾਹਮ ਨੂੰ ਦਿੱਤੀ, ਉਹਦਾ ਤਿਆਗ ਵੀ ਛੋਟਾ ਜਿਹਾ ਨਹੀਂ ਸੀ, ਠੀਕ ਆ, ਦੇਸ਼ ਛੱਡਿਆ, ਬਾਪ ਛੱਡਿਆ, ਠੀਕ ਆ। ਗੁਜ਼ਰੇ ਦਿਨ ਇੱਕ ਪਾਸਟਰ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਤੇ ਇੱਦਾਂ ਬਾਪ ਦੀ ਗੱਲ ਚੱਲ ਪਈ ਤੇ ਕਹਿੰਦਾ ਜੀ ਬਾਪ ਤੇ ਬਾਪ ਹੁੰਦਾ, ਕਿੱਥੋਂ ਛੱਡਿਆ ਜਾਂਦਾ। ਮੈਂ ਕਿਹਾ ਤੁਸੀਂ ਪਾਸਟਰ ਜੀ ਕਿੱਦਾਂ ਦੀ ਗੱਲ ਕਰਨ ਦੇ, ਛੱਡਿਆ ਕਿਉਂ ਨਹੀਂ ਜਾਂਦਾ। ਮੈਂ ਖੁਦਾ ਨੇ ਅਬਰਾਹਮ ਨੂੰ ਕਿਹਾ, ਉਹਨੇ ਛੱਡਿਆ ਨਹੀਂ। ਫਿਰ ਸੋਚਣ 'ਚ ਡੈ ਪਿਆ, ਕਹਿੰਦਾ ਯਾਰ ਉਹ ਵਾਕਿਆ ਹੀ, ਮੈਂ ਇਹ ਗੱਲ ਬਿਬਲੀਕਲ ਨਹੀਂ ਆ ਕਿ ਨਹੀਂ ਜੀ ਬਾਪ ਨਹੀਂ ਛੱਡਿਆ ਜਾਂਦਾ। ਮੈਂ ਜਦੋਂ ਖੁਦਾ ਕਹਿੰਦੇ ਨਾ ਛੱਡਣ ਦੇ ਲਈ, ਫਿਰ ਸਾਰਾ ਕੁਝ ਹੀ ਛੱਡਣਾ ਪੈਂਦਾ। ਬੋਲੋ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ। ਹਾਲੇਲੂਇਆ। ਮੈਂ ਦੇਖੋ ਅਬਰਾਹਮ ਨੇ ਬਾਪ ਛੱਡਿਆ, ਦੇਸ਼ ਛੱਡਿਆ, ਅੰਗ ਸਾਗ ਛੱਡੇ। ਅਸੀਂ ਜਾਣਦੇ ਲੂਤ ਨੂੰ ਨਾਲ ਨਾਲ ਲਈ ਫਿਰਦਾ ਸੀ। ਜਦੋਂ ਲੂਤ ਵੱਖਰਾ ਆਇਆ, ਖੁਦਾ ਨੇ ਫੇਰ ਦੁਬਾਰਾ ਉਹਦੇ ਨਾਲ ਗੱਲ ਕੀਤੀ। ਪਰ ਦੇਖੋ ਅੱਜ ਅਬਰਾਹਮ ਦੇ ਕੋਲ ਐਡਾ ਵੱਡਾ ਰੁਤਬਾ, ਨੂੰ ਇਮਾਨਦਾਰਾਂ ਦਾ ਬਾਪ ਕਿਹਾ ਜਾਂਦਾ ਹੈ। ਅਬਰਾਹਮ ਤੋਂ ਇਜਹਾਕ ਜੰਮਿਆ, ਇਜਹਾਕ ਵੀ ਖੁਦਾ ਦਾ ਰਾਵਾਂ ਤੇ ਚੱਲਣ ਵਾਲਾ। ਇਜਹਾਕ ਤੋਂ ਯਕੂਬ ਜੰਮਿਆ, ਯਕੂਬ ਤੋਂ ਗਾੜੀ 12 ਗੋਤਰ ਪੈਦਾ ਹੋਏ, ਉਸ ਗੋਤਰ ਦੇ ਵਿੱਚ ਹੀ ਯਿਸੂ ਮਸੀਹ ਪੈਦਾ ਹੋਇਆ। ਜੋਰ ਸੇ ਬੋਲੋ ਹਾਲੇਲੂਇਆ। ਤਾਂ ਦੇਖੋ ਇਦਾਂ ਪੀੜ੍ਹੀ ਦਰ ਪੀੜ੍ਹੀ ਪਰਮੇਸ਼ਰ ਮੁਬਾਰਕ ਕਰ ਦਿੰਦਾ ਵਾ ਸਾਨੂੰ, ਜਦੋਂ ਅਸੀਂ ਖੁਦ ਵੀ ਅੱਛੇ ਤਰੀਕੇ ਨਾਲ ਖੁਦਾ ਦੇ ਰਾਹਾਂ ਤੇ ਚੱਲਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਚਲਾਉਂਦੇ ਹਾਂ। ਇੱਕ ਹਵਾਲਾ ਪੜਾਂਗੇ ਵਿਵਸਥਾ ਸਾਰ ਦੀ ਕਿਤਾਬ, ਉਹਦਾ 6 ਅਧਿਆਏ। ਪੰਜ ਚ ਲਿਖਿਆ, ਤੁਸੀਂ ਆਓ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ, ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ, ਅਤੇ ਇਹ ਗੱਲਾਂ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਹਾਲੇਲੂਇਆ। ਪਰਮੇਸ਼ਰ ਕੀ ਕਹਿੰਦਾ, ਜਿਹੜੇ ਮੇਰੇ ਹੁਕਮ ਵਾ ਉਹਨਾਂ ਨੂੰ ਪਹਿਲਾਂ ਤੁਸੀਂ ਆਪ ਖੁਦ ਮੰਨੋ। ਕਿੱਦਾਂ ਮੰਨਣਾ? ਪੂਰੇ ਆਪਣੇ ਸਾਰੇ ਮਨ ਨਾਲ, ਸਾਰੀ ਜਾਨ ਨਾਲ ਤੇ ਸਾਰੇ ਜ਼ੋਰ ਨਾਲ। ਪਰਮੇਸ਼ਰ ਕਹਿੰਦਾ ਮੈਨੂੰ ਪਿਆਰ ਕਰੋ, ਯਾਨੀ ਕਿ ਮੇਰੇ ਹੁਕਮਾਂ ਨੂੰ ਮੰਨੋ।
ਤੇ ਕਹਿੰਦਾ ਇਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਕਿੱਥੇ ਹੋਣ, ਤੁਹਾਡੇ ਹਿਰਦੇ ਉੱਤੇ ਹੋਣ। ਹੈ ਕਈ ਦੇਖੋ ਕਿਸੇ ਨਾਲ ਲੜ ਪੈਂਦੇ, ਕਹਿੰਦੇ ਤੇਰੀ ਗੱਲ ਇੱਥੇ ਲਿਖੀ ਗਈ ਮੇਰੇ। ਲੜਾਈਆਂ ਤੇ ਬੜੀਆਂ ਇੱਥੇ ਲਿਖੀਆਂ ਜਾਂਦੀਆਂ ਕਿ ਖੁਦਾ ਦੀ ਬਾਣੀ ਵੀ ਸਾਡੇ ਲਿਖੀ ਗਈ ਹੈ ਹਿਰਦੇ ਦੇ ਉੱਤੇ ਕਿ ਨਹੀਂ। ਔਰ ਪਰਮੇਸ਼ਰ ਕਹਿੰਦਾ ਫਿਰ ਤੁਸੀਂ ਕਿਹਨਾਂ ਨੂੰ ਸਿਖਾਓ, ਆਪਣੇ ਬੱਚਿਆਂ ਨੂੰ ਸਿਖਾਓ। ਹੈ ਸਾਡੇ ਮੜਿਆਲੇ ਸਾਡਾ ਇੱਕ ਭਾਈ ਇੱਦਾਂ ਮੈਨੂੰ ਉਹਨੇ ਸੱਦ ਲੈਣਾ, ਕਦੀ ਕਦੀ ਰਾਜ ਮੈਂ ਤੁਰੇ ਜਾਂਦਾ, ਆਵਾਜ਼ ਮਾਰ ਲੈਣੀ, ਘਰ ਆ ਜਾਓ ਘਰ ਆ ਜਾਓ। ਉਹਨੇ ਕਹਿਣਾ ਉਹ ਭਾਈ ਜੀ ਸਾਡੇ ਬੱਚਿਆਂ ਨੂੰ ਸਮਝਾਓ, ਇਹ ਦੁਆ ਨਹੀਂ ਕਰਦੇ। ਮੈਂ ਕਿਹਾ ਤੁਸੀਂ ਕਰਦੇ ਜੀ? ਕਹਿੰਦਾ ਸਾਡੀ ਤੇ ਲੰਘ ਗਈ। ਮੈਂ ਕਿੱਥੇ ਲੰਘ ਗਈ, ਅਰ ਤੇ ਜੀਂਦੇ ਜਾਗਦੇ ਜੇ ਜਾਂ ਤੇ ਤੁਸੀਂ ਇਹ ਦੁਨੀਆ ਤੋਂ ਚੱਲ ਗਏ ਹੋ ਤੇ ਕਹੋ ਲੰਘ ਗਈ। ਮੈਂ ਜੇ ਤੁਸੀਂ ਆਪ ਨਹੀਂ ਦੁਆ ਕਰਦੇ, ਬੱਚਿਆਂ ਨੂੰ ਹੈ ਨਹੀਂ ਤੁਹਾਡੇ ਕੋਲ ਅਧਿਕਾਰ ਕਹਿਣ ਦਾ। ਦੇਖੋ ਪਰਮੇਸ਼ਰ ਕਹਿੰਦਾ, ਪਹਿਲਾਂ ਪਰਮੇਸ਼ਰ ਕਹਿੰਦਾ ਤੁਸੀਂ ਮੰਨੋ ਤੇ ਫਿਰ ਕਿਹਨਾਂ ਨੂੰ ਸਿਖਾਓ, ਆਪਣੇ। ਕਹਿੰਦਾ ਤੁਸੀਂ ਆਪਣੇ ਘਰ ਬੈਠੇ, ਯਾਨੀ ਕਿ ਜਦੋਂ ਘਰ 'ਚ ਬੈਠੇ ਜੇ ਉਦੋਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਸਿਖਾਓ। ਫਿਰ ਲਿਖਿਆ ਰਾਹ ਤੁਰਦਿਆਂ, ਯਾਨੀ ਕਿ ਵਾਂਢੇ ਜਾਣਦੇ ਜੇ ਉਦੋਂ ਵੀ ਨਾ ਉਹ ਹੋਵੇ ਬਾਂਦਰੀ, ਉਹ ਹੋਵੇ ਬੱਕਰੀ ਬੱਧੀ। ਕਈ ਨਿਆਣਿਆਂ ਨੂੰ ਇਹੋ ਜਿਹੀਆਂ ਚੀਜ਼ਾਂ ਦਿਖਾਲਦੇ। ਉਹ ਤੁਸੀਂ ਰਾਹ 'ਚ ਜਾਣਦੇ ਜੇ ਉਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਖੁਦਾ ਦੀਆਂ ਗੱਲਾਂ ਸਿਖਾਓ। ਬੋਲੋ ਸਾਰੇ ਹਾਲੇਲੂਇਆ। ਅਸੀਂ ਦੇਹਰਾਦੂਨ ਨੂੰ ਜਾ ਰਹੇ ਸੀ ਤੇ ਮੈਂ ਗੱਡੀ ਚਲਾ ਰਿਹਾ ਸੀ ਤਾਂ ਪਹਾੜੀ ਏਰੀਆ ਸੀ, ਘੜੀ ਮੁੜੀ ਐਂ ਘੁੰਮਣਾ ਪੈਂਦਾ। ਉਹ ਮੇਰਾ ਛੋਟਾ ਬੇਟਾ ਐਂ ਬਾਰੀ ਦੇ ਵਿੱਚ ਉਹਦੀ ਐਂ ਵੇਖੇ ਤਾਂ ਉਹਨੂੰ ਚੱਕਰ ਚੜ੍ਹਨ ਡੈ ਪਏ, ਉਹ ਮੁੜ ਕੇ ਉਲਟੀਆਂ ਕਰੀ ਜਾਵੇ। ਤੇ ਫਿਰ ਮੈਨੂੰ ਕਹਿੰਦਾ ਵਾ ਇਹ ਪਾਪਾ ਏਡੇ ਏਡੇ ਪਹਾੜ ਕਿਹਨੇ ਬਣਾਏ ਆ? ਮੈਂ ਯਿਸੂ ਮਸੀਹ ਨੇ ਬਣਾਏ ਆ। ਤੇ ਚੁੱਪ ਜੇ ਕਰ ਗਿਆ। ਕਹਿੰਦਾ ਉਹਨੇ ਕਿੱਦਾਂ ਬਣਾਏ ਹੋਣਗੇ? ਉਹਦੇ ਤੇ ਫਿਰ ਹੱਥ ਬੜੇ ਬੜੇ ਤਗੜੇ ਹੋਣੇ ਜਿਹਨੇ ਉਹਨੇ ਇੱਦਾਂ ਪਹਾੜ ਬਣਾਏ। ਮੈਂ ਕਿਹਾ ਨਹੀਂ, ਉਹਦੇ ਬੋਲਣ ਦੇ ਨਾਲ ਸਭ ਕੁਝ ਬਣਦਾ। ਬੋਲੋ ਹਾਲੇਲੂਇਆ। ਆ ਦੇਖੋ ਮੇਰਾ ਵੱਡਾ ਬੇਟਾ ਕ੍ਰਿਸਟੋਫਰ, ਉਹਨੂੰ ਟੋਫਾ ਕਹਿੰਦੇ ਆਪਾਂ, ਲਵ ਜਾਣਦਾ ਉਹਨੂੰ ਚੰਗੀ ਤਰ੍ਹਾਂ। ਛੋਟਾ ਜਿਹਾ ਸੀ, ਨਰਸਰੀ ਕਲਾਸ 'ਚ ਜਾਂਦਾ ਸੀ, ਸਕੂਲ ਗਿਆ। ਤੇ ਉਦੋਂ ਜਿਹੜੇ ਸਕੂਲ 'ਚ ਉਹ ਹੁਣ ਪੜ੍ਹਦੇ ਆ, ਉਦੋਂ ਸਕੂਲ ਨਾ ਉਹ ਗੁਰਦੁਆਰੇ ਦੀ ਬਿਲਡਿੰਗ ਸੀ ਉਹਨਾਂ ਦੇ ਕੋਲ ਕਿਰਾਏ 'ਤੇ, ਉਹਦੇ ਵਿੱਚ ਸੀ। ਤਾਂ ਉਹ ਨਾ ਮੈਡਮ ਕਿਤੇ ਨਾ ਇੱਦਾਂ ਫੁੱਲੀਆਂ ਲੈ ਕੇ ਆਈ ਅਤੇ ਆ ਕੇ ਤੋਂ ਇੱਦਾਂ ਬੱਚਿਆਂ ਨੂੰ ਵੰਡਣ ਡੈ ਪਈ। ਇੱਕ ਮੇਰਾ ਭਤੀਜਾ ਵੀ ਸੀ, ਵੱਡੇ ਭਰਾ ਦਾ ਬੇਟਾ ਨਾਲ। ਉਹ ਮੈਡਮ ਜਦੋਂ ਇਹਨਾਂ ਨਾਲ ਫੁੱਲੀਆਂ ਲੈ ਕੇ ਆਈ ਅਤੇ ਉਹਨੇ ਕੀ ਕੀਤਾ, ਮੇਰੇ ਭਤੀਜੇ ਨੇ ਉਹ ਮੈਡਮ ਦੇ ਹੱਥ 'ਤੇ ਐਂ ਹੱਥ ਮਾਰਿਆ, ਸਾਰੀਆਂ ਡੋਲਤੀਆਂ ਅਸੀਂ ਨਹੀਂ ਖਾਣੇ ਖੁੰਦੇ ਹੁੰਦੇ। ਅਤੇ ਉਹ ਕ੍ਰਿਸਟੋਫਰ ਤਾਲੀਆਂ ਡਹਿ ਪਿਆ ਵਜਾਉਣ। ਅਤੇ ਚਲੋ ਖਰੇ ਮੈਂ ਨਾਲ ਸੀ ਅਤੇ ਮੈਡਮ ਚੁੱਪ ਜਿਹੀ ਰਹੀ, ਉਹਨੇ ਨਹੀਂ ਕੁਝ ਬੋਲਿਆ। ਅਤੇ ਬਾਅਦ ਦੇ ਵਿੱਚ ਮੈਨੂੰ ਇੱਦਾਂ ਸੁਨਾਹ ਕਰ ਲਿਆ ਵੀ ਤੁਹਾਡੇ ਬੱਚੇ ਇੱਦਾਂ ਕਿਉਂ ਕਰਦੇ। ਮੈਂ ਉਹਨਾਂ ਨੂੰ ਸਿੱਧਾ ਕਿਹਾ, ਮੈਂ ਸਾਡੇ ਬੱਚਿਆਂ ਨੂੰ ਨਾ ਲੰਗਰ ਖਵਾਉਣਾ ਨਾ ਪ੍ਰਸ਼ਾਦ ਖਵਾਉਣਾ, ਇਹ ਲਿਖ ਕੇ ਰੱਖ ਲਓ ਆਪਣੇ ਕੋਲ। ਹਾਲੇਲੂਇਆ। ਪਰ ਜੇ ਮਾਂ ਬਾਪ ਆਪ ਗਲਾਸੀ ਲਾਉਂਦੇ ਆ, ਆਪ ਪੀ ਕੇ ਡਿੱਗਦੇ ਆ, ਤੇ ਉਹ ਮੈਂ ਇੱਕ ਘਰ ਦੇ ਵਿੱਚ ਗਿਆ ਤੇ ਉਹ ਪ੍ਰਾਹੁਣੇ ਆਏ ਤੇ ਕਿਤੇ ਨਿੱਘਾ ਜਿਹਾ ਛੋਟਾ ਜਿਹਾ ਬੱਚਾ ਤੇ ਉਹ ਇੱਦਾਂ ਐਂ ਪਛਾਣ ਨੂੰ ਡਿੱਗੇ। ਮੈਂ ਕਿਹਾ ਵੀ ਇਹ ਕੀ ਕਰਦਾ? ਕਹਿੰਦੇ ਆਪਣੇ ਡੈਡੀ ਦੀ ਰੀਸ ਲਾਉਣ ਦੇ ਆ। ਇਹ ਪ੍ਰਾਹੁਣੇ ਆਏ ਤੇ ਉਹਨਾਂ ਨੂੰ ਦੱਸਦਾ ਵੀ ਡੈਡੀ ਪੀ ਕੇ ਇੱਦਾਂ ਡਿੱਗਦਾ ਹੁੰਦਾ। ਦੇਖੋ ਪਰਮੇਸ਼ਰ, ਅਗਰ ਅਸੀਂ ਮਾਂ ਬਾਪ ਅਸੀਂ ਆਪਣੇ ਬੱਚਿਆਂ ਤੋਂ ਆਸ ਕਰਦੇ ਹਾਂ ਕਿ ਸਾਡੀ ਉਹ ਇੱਜ਼ਤ ਕਰਨ, ਅਸੀਂ ਆਸ ਕਰਦੇ ਹਾਂ ਕਿ ਉਹ ਅੱਛੇ ਬਣਨ, ਪਹਿਲਾਂ ਆਪ ਅੱਛੇ ਬਣੀਏ। ਦੇਖੋ ਇਹ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ ਆ। ਜਿਹੜੇ ਬਾਂਦਰ ਹੁੰਦੇ ਉਹਨਾਂ ਤੋਂ ਕੌਣ ਪੈਦਾ ਹੁੰਦੇ ਆ? ਖੋਤਿਆਂ ਤੋਂ। ਬੋਲਦੇ ਨਹੀਂ, ਬੋਲੋ। ਖੋਤਿਆਂ ਤੋਂ। ਡੰਗਰਾਂ ਤੋਂ ਡੰਗਰ ਪੈਦਾ ਹੁੰਦੇ, ਬੰਦਿਆਂ ਤੋਂ ਬੰਦੇ ਪੈਦਾ ਹੁੰਦੇ। ਜੇ ਆਪਾਂ ਧਰਮੀ ਆ ਤਾਂ ਸਾਡੇ ਬੱਚੇ ਵੀ ਗਾੜੀ ਕੀ ਬਣ ਜਾਣਗੇ? ਧਰਮੀ ਬਣ ਜਾਣਗੇ। ਬੋਲੋ ਹਾਲੇਲੂਇਆ। ਹਾਲੇਲੂਇਆ। ਉਹ ਕਮਾਣੀ ਇੱਕ ਪਰਿਵਾਰ ਦੇ ਵਿੱਚ ਜਨਮ ਦਿਨ ਸੀ ਇੱਦਾਂ, ਤੋਂ ਕੇਕ ਕੱਟਣ ਦੇ ਤੇ ਕ੍ਰਿਸਟੋਫਰ ਤੋਂ ਬਿਲਕੁਲ ਹੀ ਛੋਟਾ ਜਿਹਾ ਸੀ, 2 ਸਾਲ ਵੀ ਨਹੀਂ ਕੰਪਲੀਟ ਕੀਤੇ। ਉਹ ਮੈਨੂੰ ਹੁੱਜਾ ਮਾਰੀ ਜਾਵੇ, ਪਾਪਾ ਮੈਂ ਢੋਲਕੀ ਵਜਾਉਣੀ, ਪਾਪਾ। ਮੈਂ ਵੀ ਹੁਣ ਤੇ ਬੰਦਗੀ ਖਤਮ ਹੋ ਗਈ। ਕਹਿੰਦਾ ਨਹੀਂ, ਕੇਕ ਕੱਟਣ ਲੱਗੇ ਗੀਤ ਗਾਓ। ਤੇ ਮੈਂ ਗੀਤ ਬੋਲਣ ਡਿਆ ਪਿਆ, ਕੇਕ ਕੱਟਣ ਲੱਗ ਪਿਆ ਤੇ ਉਹ ਢੋਲਕੀ ਕੁੱਟਣ ਡਿਆ ਪਿਆ। ਉਹ ਜਿੰਨੇ ਪ੍ਰਾਹੁਣੇ ਆਏ ਸੀ ਸਾਰੇ ਕੇਕ ਵਾਲਿਆਂ ਨੂੰ ਛੱਡ ਕੇ ਉਹਦੇ ਵੱਲ ਵੇਖਣ ਡਿਆ ਪਏ ਵੀ ਇਹ ਇੰਨਾ ਕੁ ਜਾਣਾ ਤੇ ਢੋਲਕੀ ਵਜਾਈ ਜਾਂਦਾ। ਕੀ ਮਤਲਬ? ਮੈਂ ਜਦੋਂ ਪਾਸਟਰ ਬਣ ਗਿਆ, ਮੈਂ ਆਪਣੀ ਕਲੀਸਿਆ ਦੇ ਨੌਜਵਾਨਾਂ ਨੂੰ ਦੱਸਣਾ, ਮੈਂ ਕਹਿਣਾ ਮੈਂ 3 ਸਾਲ ਦਾ ਜਦੋਂ ਢੋਲਕੀ ਵਜਾਉਣ ਡਿਆ ਪਿਆ। ਉਹ ਨਾ ਕਹਿਣਾ ਪਾਸਟਰ ਜੀ ਝੂਠ ਕਿਉਂ ਬੋਲਦੇ ਜੇ। ਕ੍ਰਿਸਟੋਫਰ 1.5 ਸਾਲ ਦਾ ਜਦੋਂ ਢੋਲਕੀ ਵਜਾਉਣ ਡਿਆ ਪਿਆ, ਫਿਰ ਉਹ ਕਹਿੰਦੇ ਹੁਣ ਮੰਨੇ ਜੇ 1.5 ਸਾਲ ਦਾ ਵਜਾ ਸਕਦਾ ਤੁਸੀਂ 3 ਸਾਲ ਦੇ। ਦੇਖੋ ਤੁਹਾਡੇ ਬੱਚੇ ਤੁਹਾਡੀ ਲਾਈਫ ਨੂੰ ਇਨਕਰੀਜ਼ ਕਰਦੇ। ਜੇ ਤੁਸੀਂ ਧਰਮੀ ਜੇ ਤਾਂ ਤੁਹਾਡੇ ਨਾਲੋਂ ਜ਼ਿਆਦਾ ਧਰਮੀ ਹੋਣਗੇ, ਤੇ ਜੇ ਤੁਸੀਂ ਦੁਸ਼ਟ ਜੇ ਤਾਂ ਉਹ ਤੁਹਾਡੇ ਨਾਲੋਂ ਵੱਧ ਕੇ ਦੁਸ਼ਟ ਹੋਣਗੇ। ਆ ਦੇਖੋ ਪੁਰਾਣੇ ਬੰਦੇ ਸ਼ਰਾਬਾਂ ਪੀਂਦੇ ਸੀ, ਅੱਜ ਕੱਲ੍ਹ ਦੇ ਬੱਚੇ ਮੈਡੀਕਲ ਨਸ਼ੇ ਕਰਨ ਡੈ ਪਏ, ਔਰ ਬਹੁਤ ਬਹੁਤ ਮਹਿੰਗੇ, ਪਹੁੰਚ ਤੋਂ ਬਾਹਰ, ਜਿਹਦੇ ਕਰਕੇ ਫਿਰ ਉਹ ਚੋਰੀਆਂ ਕਰਦੇ, ਡਾਕੇ ਕਰਦੇ। ਦੇਖੋ ਪਰਮੇਸ਼ਰ ਨੇ ਇੱਥੇ ਕਿੱਡੀ ਡਿਟੇਲ ਨਾਲ ਕਿਹਾ, ਤੁਸੀਂ ਘਰ 'ਚ ਬੈਠੇ ਜੇ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੀ ਗੱਲ ਦੱਸੋ, ਵਾਂਢੇ ਜਾ ਰਹੇ ਜੇ ਪਰਮੇਸ਼ਰ ਦੀ ਗੱਲ ਦੱਸੋ। ਫਿਰ ਇੱਥੇ ਲਿਖਿਆ ਲੇਟਦਿਆਂ ਔਰ ਉੱਠਦਿਆਂ ਉਹਨਾਂ ਦਾ ਚਰਚਾ ਕਰੋ, ਯਾਨੀ ਕਿ ਰਾਤ ਨੂੰ ਸੌਣ ਲੱਗਿਆਂ ਔਰ ਸੁਬਾਹ ਉੱਠਦਿਆਂ।
ਆਪਣੇ ਬੱਚਿਆਂ ਨੂੰ ਸਿਖਾਓ ਹੁਣ ਤੋਂ ਬਾਈਬਲ ਪੜ੍ਹੋ। ਦੇਖੋ ਜੀ ਛੋਟੇ ਛੋਟੇ ਹੁੰਦੇ ਸੀ ਤੇ ਸਾਨੂੰ ਸਾਰਿਆਂ ਨੂੰ ਬਿਠਾ ਲੈਣਾ ਤੇ ਡੈਡੀ ਨੇ ਕਹਿਣਾ ਵੀ ਰੋਜ਼ਾ ਰੱਖੋ ਤੁਸੀਂ ਵੀ ਤੇ ਦੁਆ ਕਰੋ। ਤੇ ਅਸੀਂ ਵੇਖਣਾ ਜਦੋਂ ਡੈਡੀ ਹੁਣੀ ਰੁੱਝ ਗਏ ਨਾ ਦੁਆ 'ਚ, ਅਸੀਂ ਜਾ ਕੇ ਤੇ ਡੋਲੀ ਦੇ ਵਿੱਚ ਹੈ ਖੰਡ ਲੱਭ ਖਾਣੀ ਹੈ, ਕਈ ਵਾਰੀ ਖੰਡ 'ਚ ਰੋਟੀ 'ਚ ਰਲਾ ਕੇ ਖੰਡ ਤੇ ਖਾ ਲੈਣੀ ਤੇ ਆ ਕੇ ਫਿਰ ਬਹਿਣਾ। ਡੈਡੀ ਨੇ ਕਹਿਣਾ ਕਿੱਥੋਂ ਆਏ, ਕਿਤੇ ਨਹੀਂ ਬਾਥਰੂਮ ਕਰਕੇ ਆਏ। ਪਰ ਸਾਨੂੰ ਸਿਖਾਲਦੇ ਸੀ ਕਿ ਰੋਜ਼ਾ ਰੱਖਣਾ ਚਾਹੀਦਾ। ਆ ਦੇਖੋ ਹੁਣ ਅਸੀਂ ਰੋਜ਼ਾ ਰੱਖਦੇ ਹਾਂ ਤੇ ਅਸੀਂ ਪਾਣੀ ਵੀ ਨਹੀਂ ਪੀਂਦੇ। ਹਾਲੇਲੂਇਆ। ਜਦੋਂ ਤੁਸੀਂ ਬੱਚਿਆਂ ਨੂੰ ਸਿਖਾਲਦੇ ਜੇ ਉਹ ਉਸੇ ਸਮੇਂ ਤੇ ਉਹ ਪੂਰਾ ਸਭ ਕੁਝ ਸਿੱਖ ਤੇ ਨਹੀਂ ਲੈਂਦੇ ਹੋ, ਪਰ ਜਿਉਂ ਉਹਨਾਂ ਦਾ ਸਰੀਰ ਵੱਧਦਾ ਹੈ, ਜਿਉਂ ਉਹਨਾਂ ਦਾ ਦਿਮਾਗ ਵੱਧਦਾ ਹੈ, ਤੁਸੀਂ ਉਹਨਾਂ ਨੂੰ ਸਿਖਾਲਦੇ ਰਹਿੰਦੇ ਪਰਮੇਸ਼ਰ ਦੀਆਂ ਗੱਲਾਂ, ਤੇ ਉਹ ਵੱਡੇ ਹੋ ਕੇ ਜਿਉਂ ਵੱਡੇ ਹੁੰਦੇ ਫਿਰ ਉਹ ਸਮਝਦੇ ਜਾਂਦੇ ਆ ਕਿ ਆਹ ਸਹੀ ਆ ਆਹ ਗਲਤ ਹੈ। ਬੋਲੋ ਸਾਰੇ ਹਾਲੇਲੂਇਆ। ਬਾਈਬਲ 'ਚ ਲਿਖਿਆ ਨਾ ਬਾਲਕ ਨੂੰ ਉਹਦਾ ਠੀਕ ਰਾਹ ਸਿਖਲਾ ਤੇ ਵੱਡਾ ਹੋ ਕੇ ਉਸ ਤੋਂ ਕਦੇ ਵੀ ਹਟੇਗਾ। ਆ ਦੇਖੋ ਹਾਲੀਵੁੱਡ ਵਾਲਿਆਂ ਨੇ ਇੱਕ ਫਿਲਮ ਬਣਾਈ ਹੈ ਜੋਸ਼ੀਆ ਪਾਤਸ਼ਾਹ ਦੀ। ਤੋ ਮੈਂ ਉਹ ਫਿਲਮ ਦੇਖੀ, ਉਹਦੇ ਵਿੱਚ ਬੜਾ ਜ਼ਬਰਦਸਤ ਕੰਮ ਕੀਤਾ ਉਸ ਰਾਜੇ ਨੇ। ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਨਾ ਜੋਸ਼ੀਆ ਪਾਤਸ਼ਾਹ ਦੇ ਬਾਰੇ ਕਿ ਇਸਰਾਇਲ ਦੇ ਵਿੱਚ ਕੋਈ ਐਸਾ ਰਾਜਾ ਨਹੀਂ ਹੋਇਆ ਜੋਸ਼ੀਆ ਪਾਤਸ਼ਾਹ ਵਰਗਾ ਜਿਹਨੇ ਮੂਸਾ ਦੀ ਵਿਵਸਥਾ ਦੇ ਅਨੁਸਾਰ ਕੰਮ ਕੀਤਾ ਹੋਵੇ। ਨਾ ਉਹ ਤੋਂ ਪਹਿਲਾਂ ਕੋਈ ਹੋਇਆ, ਨਾ ਉਹ ਤੋਂ ਬਾਅਦ ਕੋਈ ਹੋਇਆ। ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਉਹਦਾ ਜਿਹੜਾ ਬਾਪ ਸੀ ਉਹ ਬੁੱਤ ਪ੍ਰਸਤ ਸੀ, ਦਾਦਾ ਵੀ ਬੁੱਤ ਪ੍ਰਸਤ ਸੀ, ਪਰ ਦਾਦੇ ਨੇ ਬੜਾ ਕੁਝ ਦੁੱਖ ਝੱਲਿਆ ਤੇ ਜਦੋਂ ਆਖਰੀ ਸਮੇਂ 'ਚ ਸੀ ਉਹ ਆਪਣੇ ਪੋਤਰੇ ਜੋਸ਼ੀਆ ਨੂੰ ਸਮਝਾਉਂਦਾ ਰਿਹਾ ਕਿ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ, ਬਸ ਬਾਲ ਦੇਵਤੇ ਦੀ ਪੂਜਾ ਨਹੀਂ ਕਰਨੀ, ਹੋਰ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ। ਤੋ ਜਿਉਂ ਉਹ ਵੱਡਾ ਹੋਇਆ ਉਹ ਐਡਾ ਸਖਤ ਹੋ ਗਿਆ ਪਰਮੇਸ਼ਰ ਦੇ ਪ੍ਰਤੀ। ਲਿਖਿਆ ਜਿੰਨੇ ਉੱਚੇ ਸਥਾਨਾਂ ਤੇ ਬਲੀਆਂ ਚੜਾਈਆਂ ਜਾਂਦੀਆਂ ਸੀ, ਜਿੰਨੇ ਵੀ ਗਲਤ ਕੰਮ ਕੀਤੇ ਜਾਂਦੇ ਸੀ, ਉਹਨੇ ਆਪਣੇ ਰਾਜ ਦੇ ਵਿੱਚ ਸਾਰੇ ਬੰਦ ਕਰਾਤੇ ਔਰ ਹੁਕਮ ਜਾਰੀ ਕਰਤਾ ਸਿਰਫ ਯਹੋਵਾ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। ਅਸੀਂ ਵੇਟ ਕਰਦੇ ਰਹਿੰਦੇ, ਨਹੀਂ ਜੀ ਵੱਡੇ ਹੋਣਗੇ ਆਪੇ ਸਿੱਖ ਲੈਣਗੇ, ਵੱਡੇ ਹੋਣਗੇ ਆਪੇ ਸਿੱਖ ਲੈਣ। ਆਪੇ ਕੁਝ ਨਹੀਂ ਜੀ ਹੁੰਦਾ, ਸਾਨੂੰ ਕਰਨਾ ਪੈਂਦਾ ਹੈ। ਬੋਲੋ ਹਾਲੇਲੂਇਆ। ਪਰਮੇਸ਼ਰ ਨੇ ਸਭ ਕੁਝ ਸਾਡੇ ਹੱਥਾਂ ਦੇ ਵਿੱਚ ਦੇ ਦਿੱਤਾ ਹੈ ਔਰ ਜਦੋਂ ਅਸੀਂ ਉਹਦੀਆਂ ਆਗਿਆਵਾਂ ਦੇ ਵਿੱਚ ਚੱਲਦੇ ਹਾਂ ਪਰਮੇਸ਼ਰ ਸਾਡਾ ਵੀ ਭਲਾ ਕਰਦਾ ਤੇ ਸਾਡੇ ਬੱਚਿਆਂ ਦਾ ਵੀ। ਸੁਣੋ ਬਾਈਬਲ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਸਾਨੂੰ ਸਮਝਣ ਦੀ ਲੋੜ ਹੈ। 14 ਆਇਤ, ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ, ਅਰਥਾਤ ਉਹਨਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ ਦੁਆਲੇ ਹਨ। ਹੁਣ ਕਈ ਵਾਰ ਕੀ ਹੁੰਦਾ, ਜਿਹੜੇ ਲੋਕ ਸਾਡੇ ਆਲੇ ਦੁਆਲੇ ਰਹਿੰਦੇ ਉਹ ਪਰਮੇਸ਼ਰ ਨੂੰ ਤਾਂ ਮੰਨਦੇ ਨਹੀਂ, ਫਿਰ ਜਿਹੜੇ ਤਰੀਕੇ ਨਾਲ ਉਹ ਖੁਸ਼ੀ ਮਨਾਉਂਦੇ ਆਪਾਂ ਵੀ ਉੱਦਾਂ ਹੀ ਮਨਾਉਣ ਡੈ ਪੈਂਦੇ। ਠੀਕ ਆ, ਜਿੱਦਾਂ ਉਹਨਾਂ ਦੇ ਘਰ ਮੌਤ ਹੋਈ, ਜਿੱਦਾਂ ਦੇ ਉਹ ਪੁੱਠੇ ਸਿੱਧੇ ਰੀਤੀ ਰਿਵਾਜ ਕਰਦੇ ਆ, ਠੀਕ ਆ, ਉੱਦਾਂ ਦੇ ਆਪਾਂ ਕਰਨ ਡੈ ਇਹ ਜੀ ਉਹ ਵੀ ਤਾਂ ਕਰਨ ਦੇ ਨਾ। ਜੋ ਆਗਿਆਵਾਂ ਸਾਨੂੰ ਪਰਮੇਸ਼ਰ ਨੇ ਦਿੱਤੀਆਂ, ਇਹ 6 ਚੈਪਟਰ ਜਦੋਂ ਤੁਸੀਂ ਇਹਦੀ ਪਹਿਲੀ ਆਇਤ ਪੜ੍ਹੋਗੇ, ਪਰਮੇਸ਼ਰ ਕਹਿੰਦਾ ਇਹ ਉਹ ਹੁਕਮਨਾਮਾ, ਵਿਧੀਆਂ ਤੇ ਕਾਨੂੰਨ ਹਨ। 3 ਚੀਜ਼ਾਂ ਵਾ, ਹੁਕਮਨਾਮਾ, ਵਿਧੀਆਂ ਤੇ ਕਾਨੂੰਨ। ਵਿਧੀ ਕੀ ਹੁੰਦੀ ਆ? ਤਰੀਕਾ। ਕਿਹੜਾ ਤਰੀਕਾ ਵਾ ਪਰਮੇਸ਼ਰ ਦੀ ਆਰਾਧਨਾ ਕਰਨ ਦਾ? ਉਸ ਤਰੀਕੇ ਨਾਲ ਖੁਦਾ ਦੀ ਆਰਾਧਨਾ ਕਰਨੀ ਹੈ। ਕਿਹੜੇ ਤਰੀਕੇ ਨਾਲ ਖੁਸ਼ੀ ਮਨਾਉਣੀ ਚਾਹੀਦੀ ਹੈ? ਉਸ ਤਰੀਕੇ ਨਾਲ ਖੁਸ਼ੀ ਮਨਾਉਣੀ ਚਾਹੀਦੀ ਹੈ। ਇਹ ਨਾ ਵੇ ਖੁਸ਼ੀ ਇਹੋ ਜਿਹੀ ਮਨਾਈ ਜਾਵੇ। ਠੀਕ ਆ, ਇੱਕ ਪਰਿਵਾਰ ਦੇ ਬਾਰੇ ਮੈਂ ਦੱਸਣਾ ਚਾਹੁੰਦਾ, ਚਲੋ ਹੁਣ ਮੈਂ ਪਿੰਡ ਦਾ ਨਾਂ ਨਹੀਂ ਲਊਂਗਾ। ਠੀਕ ਆ, ਬੇਟੇ ਦਿੱਤੇ ਦੁਆਵਾਂ ਦੇ ਨਾਲ ਖੁਦਾ ਨੇ, ਤਾਂ ਗੱਲ ਉਹ ਆ ਗਈ, ਕਹਿੰਦੇ ਜੀ ਵੱਡੀ ਬੰਦਗੀ ਕਰਾਉਣੀ। ਅਰ ਤੱਕ ਤਾਂ ਮੈਨੂੰ ਇਹ ਨਹੀਂ ਸਮਝ ਆਈ ਵੀ ਵੱਡੀ ਬੰਦਗੀ ਕਿਹੜੀ ਹੁੰਦੀ ਤੇ ਛੋਟੀ ਬੰਦਗੀ ਕਿਹੜੀ ਹੁੰਦੀ। ਬੰਦਗੀ ਤੇ ਬੰਦਗੀ ਹੁੰਦੀ ਹੈ। ਵੱਡੀ ਬੰਦਗੀ ਤੇ ਉਹੀ ਹੁੰਦੀ ਜਿਹਦੇ ਵਿੱਚ ਲੱਚਰਖਾਨਾ ਪਾਉਂਦੇ ਆ ਬਾਅਦ ਚ ਲੋਕ। ਬੰਦਗੀ ਕਰਾਈ, ਬੰਦਗੀ ਅਜੇ ਖਤਮ ਕੀਤੀ ਤੇ ਡੈ ਪਏ ਸ਼ਰਾਬਾਂ ਪੀਣਾ। ਉਹ ਜੇ ਮੈਂ ਉਦੋਂ ਪਾਸਟਰ ਨਹੀਂ, ਪਰ ਮੇਰੀ ਜ਼ਬਾਨ ਨਹੀਂ ਰਹਿੰਦੀ ਹੁੰਦੀ ਬੋਲਣ ਤੋਂ। ਮੈਂ ਉਹਨਾਂ ਨੂੰ ਘਰ ਵਾਲਿਆਂ ਨੂੰ ਕਿਹਾ, ਮੈਂ ਵੀ ਇਹ ਤੁਸੀਂ ਬੰਦਗੀ ਜਾਂ ਤਾਂ ਤੁਸੀਂ ਫਿਰ ਬੰਦਗੀ ਨਾ ਕਰਾਉਂਦੇ, ਕੀ ਕਰਨ ਡੈ ਪਏ? ਉਹ ਕਹਿੰਦੇ ਭਾਈ ਜੀ ਤੁਹਾਡਾ ਕੰਮ ਹੋ ਗਿਆ ਨਾ, ਰੋਟੀ ਪਾਣੀ ਖਾ ਲਿਆ ਨਾ, ਤੁਸੀਂ ਜਾਓ। ਸ਼ਰਾਬਾਂ ਪੀਤੀਆਂ, ਕੰਜਰਖਾਨਾ ਪੂਰਾ ਪਾਇਆ। ਮਨੇਰ ਤੜਕਸਾਰ 4 ਵਜੇ ਦੋਵਾਂ ਬੱਚਿਆਂ ਤੇ ਅਟੈਕ ਹੋਇਆ, ਦੋਵੇਂ ਬੱਚੇ ਪੈਰਾਲਾਈਜ਼ ਹੋ ਗਏ। ਚੁੱਕ ਕੇ ਹਸਪਤਾਲ ਖੜਿਆ। ਠੀਕ ਆ, ਚਲੋ ਇਲਾਜ ਕਰਾਇਆ, ਬੱਚੇ ਬਚ ਗਏ, ਠੀਕ ਹੋ ਗਏ, ਪਰ ਦੋਵੇਂ ਬੱਚੇ ਲੱਤਾਂ ਤੋਂ ਰਹਿ ਗਏ। ਜਵਾਨ ਹੋ ਗਏ, ਦਾੜੀਆਂ ਵਾਲੇ ਹੋ ਗਏ, ਅਜੇ ਵੀ ਉੱਦਾਂ ਹੀ। ਅਸੀਂ ਕੀ ਸਮਝਦੇ? ਬਾਈਬਲ 'ਚ ਲਿਖਿਆ ਪਰਮੇਸ਼ਰ ਨੂੰ ਠੱਠਿਆਂ 'ਚ ਨਹੀਂ ਉਡਾਈਦਾ, ਇਨਸਾਨ ਜੋ ਕੁਝ ਬੀਜਦਾ ਸੋਈ ਬਣ। ਦੇਖੋ ਇੱਕ ਗੱਲ ਆ, ਜਿਹੜੀ ਗੱਲ ਕਲਾਮ ਦੇ ਵਿੱਚੋਂ ਤੁਹਾਨੂੰ ਨਹੀਂ ਨਾ ਪਤਾ ਤੇ ਤੁਸੀਂ ਉਹ ਗਲਤੀ ਕਰਦੇ ਜੇ, ਖੁਦਾ ਉਹਦੇ ਲਈ ਮਾਫ ਕਰਦਾ ਆ। ਹਾਲੇਲੂਇਆ। ਜਿਹੜੀ ਗੱਲ ਦਾ ਤੁਹਾਨੂੰ ਪਤਾ ਵਾ, ਹੁਣ ਜਿਹੜੇ ਤੇ ਯਿਸੂ ਮਸੀਹ ਨੂੰ ਮੰਨਦੇ ਨਹੀਂ ਉਹ ਤੇ ਵੀ ਇੱਥੋਂ ਤੱਕ ਕਹਿੰਦੇ ਅਸੀਂ ਥੋੜਾ ਪਾਪੀ ਆ, ਤੁਸੀਂ ਹੋਗੇ ਪਾਪੀ, ਕਹਿੰਦੇ ਅਸੀਂ ਤਾਂ ਕਦੀ ਕਿਤੇ ਕੋਈ ਮਾੜਾ ਨਹੀਂ ਕੀਤਾ। ਹੁਣ ਤੁਸੀਂ ਯਿਸੂ ਮਸੀਹ ਦੇ ਵਿੱਚ ਆ ਗਏ, ਤੁਹਾਨੂੰ ਪਤਾ ਬੁੱਤ ਪ੍ਰਸਤੀ ਪਾਪ ਆ, ਤੁਸੀਂ ਕਰਦੇ ਜੇ। ਹਾਂ, ਤੁਸੀਂ ਮਾਫੀ ਮੰਗਦੇ, ਖੁਦਾ ਮਾਫ ਕਰੂਗਾ, ਪਰ ਸਜ਼ਾ ਵੀ ਦੇਵੇਗਾ।
दाऊद ने भी विचार किया, खुदा ने माफ़ किया, तो खुदा ने सज़ा भी दी, क्योंकि सज़ा इसे लिए दी जाती है ताकि गांह तुसीं उस गलती को ना दोहराओ। मान लो तुहानूं हुण देखो, साडी एक बेटी, मैं अक्सर मैं अपने चर्च दे विच असीं पूरा सिखा लिया, अगर शादी करनी मसीह च करो, मैं आऊँगा तुहाडे विआह नहीं तो मैं नहीं आऊँगा, मेरे नाल बाद च नाराज़ होवो, आउणा आओ, नहीं आउणा ना आओ। साडी अपने चाचे दी लड़की मैनूं पुछण आई, कहंदी भी विआह वा मेरा ते पास्टर जी चूड़ा पावां कि ना पावां। मैं कहा कलाम सुनिया ना, कहंदी हाँ जी। मैं कहा हुण ये मेरा डिसीजन ही है, तेरा डिसीजन है। फिर कहंदी चलो मैं नहीं पाउंदी। मैं कहा जे हुण कहता ना नहीं पाउणा ते इसे गल ते रही, बाद च ना कहीं मैनूं फलाना कहंदा, वो कहंदा, जे कहंदा। वो गल होई, निकाह कीता, निकाह तो बाद मेरे कान च फूक जी मारी जा, पास्टर जी वो नाराज़ हुंदा, वो नाराज़ हुंदा। तो मैं कहा मैं की करां। वो गल रिश्तेदारां नूं खुश कीता, चूड़ा पा लिया, साल बाद बेटा होया। जिदन शादी हुई, शादी तो 2 दिन बाद खुदा ने मैनूं दस दिता भी इहदे घर मुंडा होना तो मुंडा मर जाना। खुदा ने नहीं मैनूं दस्सिया पहला मरना, दूजा इन्हां दस्सिया भी इहदे घर जदों मुंडा पैदा होना, मुंडा मार देना। परमेश्वर कहंदा मैं, मुंडा पैदा होया, 5 दिन बाद उहदी डैथ हो गई। उहदे हसबैंड ने आप मैनूं मुड़ के दस्सिया, कहंदा मैनूं ये रियलाइज़ हुंदा भी ये साडे कोल गलती होई। घर वाला कहंदा भी चूड़ा नहीं पाउणा, वो भी खुदा च चलदा है, वो कहंदी नहीं सहेलियां थोड़ा नाराज़ करनियां। जिहड़ी गल च तुसीं फैसला लै लिया कि इस गल च मैं खुदा नाल वफादार रहना, ਉਹਦੇ ਲਈ ਭਾਵੇਂ ਮੁੜ ਕੇ ਸਾਰਾ ਜੱਗ ਨਾਰਾਜ਼ ਹੋ ਜੇ, ਉਸ ਗੱਲ ਤੋਂ ਪਿੱਛੇ ਨਹੀਂ ਮੁੜਨਾ। ਬੋਲੋ ਸਾਰੇ ਹਾਲੇਲੂਇਆ। ਕਿਉਂਕਿ ਦੇਖੋ ਬਾਈਬਲ 'ਚ ਲਿਖਿਆ ਪਾਪ ਦੀ ਮਜ਼ਦੂਰੀ ਕੀ ਆ, ਤੇ ਮੌਤ ਕਈ ਸਮਝਦੇ ਆ ਕਿ ਬੰਦਾ ਮਰ ਜੇ ਉਹੀ ਮੌਤ ਵਾ। ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਕਿਹਾ ਸੀ ਜਿਸ ਦਿਨ ਪਾਪ ਕਰੋਗੇ ਤੁਸੀਂ ਮਰ ਗਏ ਹੀ। ਦੱਸੋ ਸਰੀਰਕ ਤੌਰ ਤੇ ਉਹ ਮਰੇ ਨਹੀਂ, ਪਰ ਦੇਖੋ ਅਦਨ ਦਾ ਬਾਗ ਉਹਨਾਂ ਲਈ ਮਰ ਗਿਆ, ਪਵਿੱਤਰਤਾ ਹੀ ਉਹਨਾਂ ਲਈ ਮਰ ਗਈ, परमेश्वर के नालों रिश्ता उन्होंने मर गया। ठीक है, इस करके मरन का मतलब होंगे बहुत सारिया आशीषां साडी जिंदगी चों मर जांदियां ने, वो खत्म हो जांदियां ने। जिद्दां कहंदे ना भैन भरा नाल लड़ पई, अज तो तू मेरे लिए मर गया तो मैं, हुंदे ते दोवें जींदे आ, पर जिहड़ा विचला रिश्ता वा वो मर जांदा, खत्म हो जांदा। इसलिए परमेश्वर जिद्दां उन्हां नाल संगति पहलां करदा सी, वो संगति खत्म हो गई। देखो असीं खुदा ने सानूं बच्चे दिते आ, ठीक आ, उन्हां बच्चों के लिए दुआ करन दी लोड़ है कि खुदावंद, कई ना इस गल तो डरते आ, मैं कई बार कई कहूँ ना दुआ करा करो परमेश्वर साडे बच्चे तेरे दास बनन, कहंदे ये नहीं करनी दुआ। मैं दास बनने का मतलब ये नहीं हुंदा भी पास्टर ही बन गए, एक खुदा की योजना दी जाके खुदा ने तुहानूं चुनिया एक डॉक्टर बनने लिए, तुहानूं डॉक्टर ही बनाएगा। हालेलुया। हुण देखो यसू मसीह दे मगर बड़ियां भीड़ां चलदियां सी, पर प्रभु ने 12 चुने। सारे क्यों नहीं चुन ले, 12 चुने, उन्होंने रसूल का अहुदा दिता। बोलो सारे हालेलुया। उन्होंने विच कुछ औरतां भी सी जिहड़ियां लिखिया अपने पैसे नाल प्रभु की सेवा खिदमत करदियां सी, उन्हां चों किसी नूं कोई अहुदा नहीं दिता। इसलिए असीं सारे सेवादार हाँ, और जिहड़ी जिस काम ते खुदा ने साडी ड्यूटी लाई आ, असीं अपनी ड्यूटी दे विच ईमानदार रहीए। बोलो सारे हालेलुया। हुण देखो लव ने खुदा दे सेवकां नूं घर सद्दिया, आपां बंदगी कीती है। आम लोगों नूं ते आम जी गल ही लगदी है, अरे ये भी कोई खुशी है। क्योंकि शादी दे विच मैं बैठा, पास्टर दे बेटे की शादी, तो वो साडे ब्रदर राजू लेला वाले गीत बोलन दे, गीत बोल के हट गए, तो उत्थे बुढ़ियां गल्लां करदियां, नहीं सानूं ते ऐ फील होण दिया जिद्दां कट्ठ च आईयां हुंदियां, क्योंकि उन्हां नूं धूम धड़क्का नहीं ना दिखण दिया, नज़र नहीं आउण दिया है। संसारिक लोग संसारिक चीज़ां 'च खुशी लभदे। हालेलुया। और वो खुशी किन्ने चिर दी हुंदी आ? थोड़े चिर दी।